ਸਾਂਪਲਾ ਜੀ, ਜਿਹੜਾ ਪੰਜਾਬ ਸਰਕਾਰ ਨੇ 2009 ਦੇ ਵਿੱਚ ਇੱਕ ਬਣਾਇਆ ਸੀ ਨਿਯਮ ਕਿ ਜਿਹੜੇ ਲਾਅ ਆਫਿਸਰਸ ਹੈ ਉਹ ਸਾਰੇ ਉਹਨਾਂ ਦੇ ਵਿੱਚ ਵੀ ਰਿਜ਼ਰਵੇਸ਼ਨ ਹੋਏਗੀ, ਲੇਕਿਨ ਹੁਣ ਉਸ ਨੂੰ ਜਿਹੜਾ ਗੋਲਮੋਲ ਕੀਤਾ ਜਾ ਰਿਹਾ। ਉਹ 2017 ਦਾ ਐਕਟ ਬਣਿਆ ਸੀ ਇਹਦੇ 'ਚ, ਔਰ ਜਿਹੜਾ ਲਾਅ ਆਫਿਸਰ ਦੇ ਲਈ ਰਿਜ਼ਰਵੇਸ਼ਨ ਐਕਟ ਤਾਂ 2006 ਤੋਂ ਹੈ। ਉਹ 2006 ਤੋਂ ਬਾਅਦ 'ਚ ਈਵਨ ਦੈਨ ਰਿਜ਼ਰਵੇਸ਼ਨ ਦੇ ਐਕਟ ਦੇ ਵਿੱਚ ਤਾਂ ਉਹਨਾਂ ਨੇ ਇਹ ਵੀ ਲਿਖਿਆ ਆ ਕਿ ਬਈ ਯਾਨੀ ਚਾਹੇ ਤੁਸੀਂ ਐਡਹੌਕ ਬੇਸਿਸ 'ਤੇ ਲੈਣੇ ਆ, ਕੰਟਰੈਕਟ ਬੇਸਿਸ 'ਤੇ ਲੈਣੇ ਆ, ਕੰਸਲਟੈਂਟ ਰੱਖਣੇ ਆ ਜਾਂ ਡੇਲੀ ਵੇਜਸ ਵੀ ਰੱਖਣੇ, ਉਹਦੇ 'ਤੇ ਵੀ ਰਿਜ਼ਰਵੇਸ਼ਨ ਲਾਗੂ ਹੋਏਗੀ। ਉਹ ਕੇਸ ਜਦੋਂ ਮੇਰੇ ਕੋਲ ਜਦੋਂ ਪਹਿਲੀ ਟਰਮ ਸੀਗਾ ਉਦੋਂ ਆਇਆ ਸੀ। 2-3 ਕੇਸ ਸੀਗੇ ਜਿਹੜੇ ਪੰਜਾਬ ਸਰਕਾਰ ਦੇ ਆਏ ਸੀਗੇ, ਸ਼ਾਇਦ ਉਹ ਸਿਰੇ ਨਹੀਂ ਚੜ੍ਹਾਉਣ ਦੇ ਮੂਡ 'ਚ। ਉਹਦੇ 'ਚ ਇਹ ਹੋਇਆ ਕਿ ਵੀ ਅਸੀਂ ਸਰਕਾਰ ਨੇ ਮੰਨਿਆ, ਸਾਡੇ ਕੋਲ ਕਮਿਸ਼ਨ 'ਚ ਜਦੋਂ ਸੁਣਾਈ ਹੋਈ ਉਹਦੇ 'ਚ ਕਿ ਸਰਕਾਰ ਨੇ ਮੰਨਿਆ ਕਿ ਅਸੀਂ ਉਹ ਲਾਗੂ ਕਰ ਦਿਆਂਗੇ, ਕਿਉਂਕਿ ਟਰਮ ਖਤਮ ਹੋ ਰਹੀ ਸੀ ਕਿ ਅਸੀਂ ਇਹ ਕਹਾਂਗੇ ਵੀ ਜਿਹੜੀ ਨਵੀਂ ਟਰਮਸ ਆਏਗੀ ਉਹਦੇ 'ਚ ਅਸੀਂ ਲਾਗੂ ਕਰ। ਕਿਉਂਕਿ ਉਸ ਵੇਲੇ ਹੋਮ ਸੈਕਟਰੀ ਵੱਲੋਂ ਸਪੈਸ਼ਲ ਸੈਕਟਰੀ ਔਰ ਹੋਮ ਸੈਕਟਰੀ ਆਈ ਸੀ, ਉਹਨਾਂ ਨੇ ਮੰਨ ਕੇ ਗਏ ਸੀ ਕਿ ਅਸੀਂ ਇਹਨੂੰ ਇਨ ਬਿਲ ਲਾਗੂ ਕਰ ਦਿਆਂਗੇ। ਉਹਦੇ ਪਿੱਛੋਂ ਬੰਦ ਕਰ। ਉਦੋਂ ਬਾਅਦ ਕਿਉਂਕਿ ਚੰਨੀ ਸਰਕਾਰ ਸੀ, ਉਹਨੇ ਵੀ ਅਟਾਰਨੀ ਜਨਰਲ ਲਾਅ ਆਫਿਸਰ ਰੱਖਣੇ ਸੀਗੇ, ਉਹਨਾਂ ਨੇ 9/12 ਦੀ ਚਿੱਠੀ ਵੀ ਕੱਢ ਦਿੱਤੀ ਕਿ ਪੰਜਾਬ ਸਰਕਾਰ ਨੇ ਜਿਹੜਾ ਲਾਅ ਆਫਿਸਰਾਂ ਦਾ ਐਕਟ ਧਾਰਾ 8 ਉਹਦੇ ਤਹਿਤ ਅਸੀਂ ਜਿਹੜਾ ਕਹਿ ਰਿਹਾ ਕਿ ਵੀ ਇਹਦੇ ਵਿੱਚ ਵੀ ਕੈਟਾਗਰੀ ਵਾਈਜ਼ ਰੱਖਦੇ ਹੋਏ, ਅਲੱਗ-ਅਲੱਗ ਕੈਟਾਗਰੀਆਂ ਦੇ ਵਿੱਚ ਰੱਖਦੇ ਹੋਏ ਜਿਹੜੀ ਰਿਜ਼ਰਵੇਸ਼ਨ ਨੂੰ ਲਾਗੂ ਕੀਤਾ ਜਾਏ। ਹੁਣ ਅਟਾਰਨੀ ਜਨਰਲ ਤੋਂ ਬਾਅਦ ਡਿਪਟੀ ਅਟਾਰਨੀ ਜਨਰਲ, ਐਡੀਸ਼ਨਲ ਅਟਾਰਨੀ ਜਨਰਲ, ਜਿਹੜੇ ਵੀ ਹੁੰਦੇ ਸਾਰੇ ਉਹ ਸਾਰਿਆਂ 'ਚ ਅਸੀਂ ਲਾਗੂ ਕਰਾਂਗੇ। ਉਹਨਾਂ ਨੇ ਕਰਨ ਲਈ ਕਹਿ ਦਿੱਤਾ ਕਿ ਵੀ ਨਵੇਂ ਭਰਤੀ ਕਰਦਿਆਂ ਸਮੇਂ ਇਹਨੂੰ ਇਨ ਬਿਲ ਲਾਗੂ ਕੀਤਾ ਜਾਵੇ, ਔਰ ਉਹਦੇ 'ਚ ਚਿੱਠੀ 'ਚ ਵੀ ਲਿਖਿਆ, ਸ਼ਾਇਦ ਮੇਰੇ ਕੋਲ ਇੱਥੇ ਪਈ ਹੋਣੀ ਹੈ, ਕੱਢਿਓ ਜਿਹੜਾ ਹੁਣ ਉੱਪਰਲੀ ਇਹ ਜਿਹੜੀ ਚਿੱਠੀ ਹੈ ਪੰਜਾਬ ਸਰਕਾਰ ਦੀ ਆ, ਔਰ ਇਹ ਗ੍ਰਹਿ ਸੈਕਟਰੀ ਨੇ ਲਿਖੀ ਹੈ, ਹੋਮ ਸੈਕਟਰੀ ਵੱਲੋਂ ਲਿਖੀ ਹੈ, ਔਰ ਇਹਦੀ ਅਖੀਰਲੀ ਲਾਈਨ ਇਹ ਵੀ ਲਿਖੀ ਹੈ ਕਿ ਇਹ ਪੱਤਰ ਮੁੱਖ ਮੰਤਰੀ ਪੰਜਾਬ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੀ ਗਈ। ਮੰਨ ਲਓ ਥੱਲਿਓ ਸਾਰੀ ਪ੍ਰਕਿਰਿਆ ਕਰਨ ਤੋਂ ਬਾਅਦ ਉਹ ਫਾਈਨਲ ਜਿਹੜੀ ਆ ਮੁੱਖ ਮੰਤਰੀ ਕੋਲ ਜਾਣ ਤੋਂ ਬਾਅਦ ਉਹਨਾਂ ਨੇ ਜਾਰੀ ਕੀਤੀ ਹੈ 9/12 ਨੂੰ। ਭਾਵ ਪੰਜਾਬ ਦੇ ਵਿੱਚ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਜਿਹੜੀ ਆ ਜੇ ਹੋਊਗੀ ਤਾਂ ਤੁਹਾਨੂੰ ਵਟਸਐਪ ਕਰ ਵੀ ਦਿਆਂਗਾ ਕਿ ਉਹਨੂੰ ਵੀ ਲਾਗੂ ਕੀਤਾ ਜਾਵੇ, ਉਹ ਕਹਿ ਦਿੱਤਾ। ਪਰ ਮੇਰਾ ਖਿਆਲ ਪਹਿਲੀ ਵਾਰ ਇਹਦੇ 'ਚ ਜਦੋਂ ਐਕਟ ਬਣਿਆ 2006 'ਚ, 2007 ਦੇ ਵਿੱਚ ਚੀਫ ਸੈਕਟਰੀ ਨੇ ਸਾਰਿਆਂ ਨੂੰ ਚਿੱਠੀਆਂ ਕੱਢੀਆਂ, ਸਾਰਿਆਂ ਡਿਪਾਰਟਮੈਂਟਸ ਨੂੰ। ਉਹਦਾ ਵੀ ਮੇਰੇ ਖਿਆਲ ਰੂਟੀਨ ਸੀਗੀ ਮੇਰੇ ਕੋਲ, 2007 ਦੀ ਚਿੱਠੀ ਹੋਣੀ ਹੈ। ਉਹਦੇ 'ਚ ਵੀ ਉਹਨੇ ਸਾਰਿਆਂ ਨੂੰ ਕਿਹਾ ਕਿ ਵੀ ਇਹ ਰਿਜ਼ਰਵੇਸ਼ਨ ਜਿਹੜੀ ਆ ਉਹ ਲਾਗੂ ਕੀਤੀ ਜਾਵੇ ਸਾਰਿਆਂ ਨੂੰ। ਉਹਨਾਂ ਨੇ ਆਲ ਜਿਹੜੇ ਆ ਆਲ ਡਿਪਟੀ ਕਮਿਸ਼ਨਰ, ਡਿਸਟ੍ਰਿਕਟ ਜੋ ਵੀ ਸੀ, ਸੈਸ਼ਨ ਜੱਜ, ਇਹ ਉਹ ਜਿੰਨੇ ਵੀ ਸੀ, ਸਬ ਡਿਵੀਜ਼ਨਲ ਮੈਜਿਸਟਰੇਟ, ਸਾਰਿਆਂ ਲਈ ਉਹਨਾਂ ਨੇ ਕੱਢੀ ਆ, ਔਰ ਉਹਨਾਂ ਨੇ ਕਿਹਾ ਕਿ ਵੀ ਇਹਨੂੰ ਜਿਹੜੀ ਆ ਬਿਲਕੁਲ ਜਿਹੜੀ ਆ ਲਾਗੂ ਕੀਤੀ ਜਾਵੇ। ਉਸ ਤੋਂ ਬਾਅਦ ਇੱਕ ਜਿਹੜੇ ਇਹਦੇ ਸੈਕਟਰੀ ਸੀ ਸੋਸ਼ਲ ਵੈਲਫੇਅਰ ਦੇ, SC ਅਗਰਵਾਲ, ਉਹਦੀ ਵੀ ਚਿੱਠੀ ਮੇਰੇ ਕੋਲ ਪਈ ਹੈ, ਇਹ 2009 'ਚ ਕੱਢੀ ਹੈ, ਔਰ ਉਹਨੇ ਬਕਾਇਦਾ ਸਾਰਿਆਂ ਨੂੰ ਰੈਫਰੈਂਸ ਦਿੱਤਾ ਹੋਇਆ ਵੀ ਮੇਰੇ ਕੋਲ ਸ਼ਿਕਾਇਤਾਂ ਪਹੁੰਚ ਰਹੀਆਂ ਕਿ ਵੀ ਇਹ ਇਸ ਤਰੀਕੇ ਦਾ ਰਿਜ਼ਰਵੇਸ਼ਨ ਪੂਰੀ ਨਹੀਂ ਕੀਤੀ ਜਾ ਰਹੀ, ਔਰ ਉਹ ਜਿਹੜੀ ਆ ਇਹ 9 ਜੁਲਾਈ ਜਿਹੜੀ ਆ 2009 ਨੂੰ ਕੱਢੀ ਆ। SC ਅਗਰਵਾਲ ਜਿਹੜੇ ਉੱਥੇ ਸੈਕਟਰੀ ਮੁੱਖ ਸਕੱਤਰ ਪੰਜਾਬ, ਚੀਫ ਸੈਕਟਰੀ ਪੰਜਾਬ, ਠੀਕ ਹੈ ਨਾ, ਉਹਨਾਂ ਨੇ ਇਹ ਚਿੱਠੀ ਵੀ ਕੀਤੀ, ਔਰ ਸਾਡੇ ਕੋਲ ਸ਼ਿਕਾਇਤਾਂ ਪਹੁੰਚ ਰਹੀਆਂ, ਇਸ ਕਰਕੇ ਜਿਹੜੇ ਅਧਿਕਾਰੀ ਨਹੀਂ ਕਰਨਗੇ ਉਹਦੇ 'ਤੇ ਕਾਰਵਾਈ ਵੀ ਕੀਤੀ ਜਾਵੇ। ਮੰਨ ਲਓ ਇਹ ਚੀਫ ਸੈਕਟਰੀ ਚਿੱਠੀ ਲਿਖਦਾ। ਹੁਣ ਜਿਹੜੀ ਇੱਕ ਵਿਸ਼ਾ ਇੱਕ ਅਲੱਗ ਤਰ੍ਹਾਂ ਦਾ ਆਇਆ ਕਿ ਕਿਉਂਕਿ ਪੰਜਾਬ ਸਰਕਾਰ ਨੇ ਤਾਂ ਲਾਗੂ ਕਰਤਾ ਰਿਜ਼ਰਵੇਸ਼ਨ, ਜਦੋਂ ਨਵੀਂ ਸਰਕਾਰ ਬਣੀ ਉਹਦੇ 'ਚ ਫਿਰ ਇਹਨਾਂ ਨੇ ਅਖਬਾਰ 'ਚ ਐਡ ਕਰ ਦਿੱਤੀ, ਅਖਬਾਰ 'ਚ ਐਡ ਕਰ ਦਿੱਤੀ ਤਾਂ ਉਹਦੇ 'ਚ ਰਿਜ਼ਰਵੇਸ਼ਨ ਦਾ ਕੋਈ ਪ੍ਰਾਵਧਾਨ ਹੀ ਨਹੀਂ ਰੱਖਿਆ, ਜਦਕਿ ਚਿੱਠੀਆਂ ਕਿਹਦੀਆਂ ਪੰਜਾਬ ਸਰਕਾਰ ਦੀਆਂ। ਹੁਣ ਅਸੀਂ ਉਹਦੇ 'ਚ ਸਰਕਾਰ ਕਿਹਦੀ ਆਈ ਹੈ, ਉਹ ਕਾਂਗਰਸ ਦੀ ਸੀ, ਅਕਾਲੀ ਦੀ ਸੀ, ਉਹਦੀ ਅਲੱਗ ਗੱਲ ਆ,
ਪਰ ਉਹਨੂੰ ਲਾਗੂ ਕਰਨ ਵਾਲੇ ਜਿਹੜੇ ਆਫਿਸਰਸ ਹੈਗੇ ਬਿਲਕੁਲ ਸਰਕਾਰ ਤੋਂ ਉਹੀ ਹੁੰਦੇ, ਚੀਫ ਸੈਕਟਰੀ ਮੁੱਖ ਹੁੰਦਾ ਇਹਨਾਂ ਚੀਜ਼ਾਂ ਨੂੰ ਕਰ। ਅਸੀਂ ਤਾਂ ਡਿਸਾਈਡ ਕਰਨ ਵਾਲੇ, ਇੰਪਲੀਮੈਂਟ ਕਰਨ ਵਾਲਾ ਕੌਣ ਆ? ਸੈਕਟਰੀ, ਹੋਮ ਸੈਕਟਰੀ, ਮਤਲਬ ਜਿੰਨੇ ਵੀ ਸੈਕਟਰੀਜ਼ ਹੈਗੇ। ਤਾਂ ਉਹ ਉਹਨਾਂ ਨੇ ਲਾਗੂ ਕਰ ਦਿੱਤੀ ਪਰ ਇੰਪਲੀਮੈਂਟ ਥੱਲੇ ਨਹੀਂ ਹੋਏ। ਹੁਣ ਜਦੋਂ ਐਡ ਕੱਢ ਦਿੱਤੀ ਤੇ ਸਾਡੇ ਕੋਲ ਫਿਰ ਕੰਪਲੇਂਟਾਂ ਆਉਣੀਆਂ ਸ਼ੁਰੂ ਹੋਈਆਂ ਲੋਕਾਂ ਦੀਆਂ। ਉਹਦੇ 'ਚ ਇੱਕ OP ਇੰਦਲ ਦੀ ਜਿਹਦਾ ਰੈਫਰੈਂਸ ਵੀ ਦਿੱਤਾ ਇਹਦੇ 'ਚ ਕਿ OP ਇੰਦਲ ਦੀ ਜਿਹੜੀ ਸਾਡੇ ਕੋਲ ਕੰਪਲੇਂਟ ਆਈ ਸੀ ਉਹਦੇ ਰੈਫਰੈਂਸ 'ਚ ਜਿਹੜੀ 9/7 ਦੀ ਚਿੱਠੀ ਕੱਢੀ OP ਇੰਦਲ ਦੇ ਜਿਹੜੇ ਆ ਉਹਦੀ ਜਿਹੜੀ ਕੰਪਲੇਂਟ ਆ ਉਹਦੇ 'ਤੇ ਜਿਹੜਾ ਕੀਤਾ ਆ। ਹੁਣ ਉਹ ਜਦੋਂ ਮਤਲਬ ਜਿੰਨੀ ਪੋਸਟਾਂ ਨੇ ਤਾਂ ਕੱਢੀਆਂ ਆਮ ਆਦਮੀ ਪਾਰਟੀ ਸਰਕਾਰ ਲਾਅ ਆਫਿਸਰ ਦੀ ਲਾਅ ਆਫਿਸਰ ਦੀ ਹਾਲੇ ਮੈਂ ਗੱਲ ਲਾਅ ਆਫਿਸਰ ਵਾਲੀ ਕਰਦਾ ਨੇ, ਹਾਲੇ ਬਾਕੀ ਦਾ ਸਬਜੈਕਟ ਹੋਰ ਬਹੁਤ ਆ। ਤੇ ਹੁਣ ਜਦੋਂ ਅਸੀਂ ਉਹਨੂੰ ਫਿਰ ਦੁਬਾਰਾ ਨੋਟਿਸ ਦਿੱਤਾ ਕਿ ਵੀ ਭਾਈ ਇਹ ਕਿਉਂ ਨਹੀਂ ਲਾਗੂ ਕੀਤਾ, ਕਿ ਤੁਹਾਡੀ ਤਾਂ ਚਿੱਠੀ ਹੈ, ਤੇ ਪੰਜਾਬ ਸਰਕਾਰ ਉਹਦੇ 'ਚ ਚੀਫ ਸੈਕਟਰੀ ਔਰ ਹੋਮ ਸੈਕਟਰੀ ਕੋਰਟ 'ਚ ਚਲੇ ਗਏ। ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਪੰਜਾਬ ਸਰਕਾਰ ਕਿਹਦੇ ਅਗੇਂਸਟ ਗਈ। ਮੰਨ ਲਓ ਸਾਡਾ ਕਮਿਸ਼ਨ, ਮੈਂ ਵਾਰ-ਵਾਰ ਤੋਂ ਜਿੰਨੇ ਵੀ ਆਏ ਹਾਂ, ਸਾਡਾ ਕਮਿਸ਼ਨ ਦਾ ਕੰਮ ਕਿਤੇ ਨਹੀਂ ਕੋਈ ਕਾਨੂੰਨ ਬਣਾਉਣਾ, ਸਾਡਾ ਕੋਈ ਪਾਲਿਸੀ ਬਣਾਉਣਾ ਕੰਮ ਨਹੀਂ। ਜੋ ਕੇਂਦਰ ਸਰਕਾਰ ਬਣਾ ਦੇਵੇ, ਜੋ ਸੂਬਾ ਸਰਕਾਰਾਂ ਆਪਣੀਆਂ ਰਿਜ਼ਰਵੇਸ਼ਨ ਨੂੰ ਲੈ ਕੇ, ਐਸੀਆਂ ਦੇ ਮੁੱਦਿਆਂ ਨੂੰ ਲੈ ਕੇ ਕੋਈ ਵੀ ਪਾਲਿਸੀ ਬਣਾਉਂਦੇ, ਕੋਈ ਕਾਨੂੰਨ ਬਣਾਉਂਦੇ, ਕੋਈ ਐਕਟ ਬਣਾਉਂਦੇ, ਅਗਰ ਉਹ ਨਹੀਂ ਲਾਗੂ ਹੁੰਦਾ ਸਾਡਾ ਕੰਮ ਸਿਰਫ ਉਹਨੂੰ ਇੰਪਲੀਮੈਂਟ ਕਰਾਉਣਾ, ਵੀ ਉਹਨਾਂ ਨੂੰ ਇਹ ਕਹਿਣਾ ਕਿ ਜਿਤਾਉਣਾ ਹੈ ਬੁਲਾ ਕੇ ਕਿ ਵੀ ਇਹ ਤੁਹਾਡਾ ਹੀ ਕਾਨੂੰਨ ਹੈ, ਇਹਨੂੰ ਕਰੋ। ਹੁਣ ਪੰਜਾਬ ਸਰਕਾਰ ਜਿਹੜੀ ਉਹ ਕੋਰਟ 'ਚ ਚਲੀ ਗਈ। ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਮੈਂ ਉਹਨਾਂ ਨੂੰ ਪੁੱਛਿਆ ਵੀ ਆ ਕਿ ਜਿਹੜੇ ਅਫੀਸਰ ਆਏ ਵੀ ਤੁਸੀਂ ਗਏ ਕਿਹਦੇ ਖਿਲਾਫ? ਜਾਂ ਤਾਂ ਹੋਵੇ ਕਿ ਅਸੀਂ ਕੋਈ ਅਲੱਗ ਕਾਨੂੰਨ ਬਣਾ ਕੇ ਤੁਹਾਨੂੰ ਦਿੱਤਾ ਵੀ ਅਸੀਂ ਕਹਿੰਦੇ ਕਿ ਨਹੀਂ ਜੀ ਉਹ ਹੈਦਰਾਬਾਦ ਵਾਲਾ ਕਾਨੂੰਨ ਇੱਥੇ ਫਾਲੋ ਕਰੋ, ਜਾਂ ਕੋਈ ਦੂਸਰੀ ਸਟੇਟ ਵਾਲਾ UP ਵਾਲਾ ਕੋਈ ਕਾਨੂੰਨ ਫਾਲੋ ਕਰ ਲਓ, ਜਾਂ ਕੋਈ ਹੋਰ ਕਿਸੇ ਸਟੇਟ ਦੀ ਗੱਲ ਕਰਦੇ। ਇਹਨਾਂ ਦਾ ਹੀ ਆਪਣਾ ਹੀ ਬਣਾਇਆ, ਆਪਣਾ ਹੀ ਲਾਗੂ ਕਰਦੇ, ਇਹਨਾਂ ਦੇ ਅਫਸਰਾਂ ਦੀ ਚਿੱਠੀਆਂ ਆ, ਆਪਣਾ ਹੀ ਲਾਗੂ ਕਰਨ ਦੇ ਲਈ ਇਹਦੀ ਚਿੱਠੀ 6 ਮਹੀਨੇ ਪਹਿਲਾਂ ਕੱਢੀ ਹੈ ਕਿ ਇਹਦੇ 'ਚ ਵੀ ਕਰੋ, ਔਰ ਆਪਣੀ ਹੈ ਉਹ ਸਰਕਾਰ ਨੇ ਐਡ ਨਹੀਂ ਕੱਢੀ। ਹੁਣ ਆਪ ਹੀ ਕੋਰਟ 'ਚ ਚਲੇ ਗਏ। ਮੈਨੂੰ ਤਾਂ ਹਾਲੇ ਤੱਕ ਇਹ ਨਹੀਂ ਸਮਝ ਆਈ, ਉਹਨਾਂ ਨੂੰ ਬਾਰ-ਬਾਰ ਪੁੱਛਣ ਦੇ ਵੀ ਸਾਨੂੰ ਇਹ ਤਾਂ ਦੱਸ ਦਿਓ ਗਏ ਕਿਹਦੇ ਖਿਲਾਫ, ਐਕਟ ਕਿਹਦਾ ਆ? ਪੰਜਾਬ ਸਰਕਾਰ ਦਾ। ਜਿਹੜੇ ਸਰਕੂਲਰ ਕੱਢੇ ਆ ਕਿਹਨੇ ਕੱਢੇ ਆ? ਪੰਜਾਬ ਸਰਕਾਰ ਨੇ, ਚੀਫ ਸੈਕਟਰੀ ਨੇ ਕੱਢਿਆ ਜਾਂ ਹੋਮ ਸੈਕਟਰੀ ਨੇ ਕੱਢਿਆ, ਜਾਂ ਜਿਹੜਾ ਸੋਸ਼ਲ ਜਸਟਿਸ ਐਂਡ ਮਾਈਨੋਰਿਟੀ ਆ ਉਹਦਾ ਰਿਜ਼ਰਵੇਸ਼ਨ, ਕਿਉਂਕਿ ਉਹ ਨੋਡਲ ਏਜੰਸੀ ਉਹ ਆ, ਮਿਨਿਸਟਰੀ ਕਹਿ ਲਓ, ਨੋਡਲ ਮਿਨਿਸਟਰੀ ਹੋਣ ਕਰਕੇ ਉਹ ਦੇਖਦੀ ਆ। ਤੇ ਤਿੰਨਾਂ ਦਾ ਕੰਮ ਸੀ, ਤਿੰਨਾਂ ਦੇ ਚਿੱਠੀਆਂ ਲੱਗੀਆਂ, ਤੇ ਹੁਣ ਕਿਹਦੇ ਖਿਲਾਫ ਕੇਸ ਕੀਤਾ ਮੈਨੂੰ ਹਾਲੇ ਤੱਕ ਨਹੀਂ ਸਮਝ ਆਉਂਦੀ। ਔਰ ਸਾਨੂੰ ਤਾਂ ਜਦੋਂ ਸਾਡੇ, ਕਿਉਂਕਿ ਸੋਲਿਸਿਟਰ ਜਨਰਲ ਸਾਡੇ ਸੈਂਟਰ ਗੌਰਮੈਂਟ ਦੇ ਵੀ ਵਕੀਲ ਇੱਥੇ ਹੁੰਦੇ, ਹਰੇਕ ਹਾਈ ਕੋਰਟ 'ਚ ਹੁੰਦੇ ਆ, ਉਹਨਾਂ ਦੇ ਮਾਧਿਅਮ ਦੇ ਨਾਲ ਹੀ ਇਨਫੋਰਮੇਸ਼ਨ ਮਿਲੀ ਹੈ ਕਿ ਉਹ ਤੁਹਾਡੀ ਕੋਰਟ 'ਚ ਲੱਗ ਗਈ ਪਿਛਲੀ 4 ਤਰੀਕ ਸੀ, ਹੁਣ ਅਗਲੇ ਮੰਡੇ ਨੂੰ ਵੀ ਆ। ਵੀ ਸਾਨੂੰ ਇਹੀ ਸਾਲੇ ਤਾਂ ਸਮਝ ਵੀ ਪਹਿਲਾ ਮੇਰਾ ਖਿਆਲ ਇਤਿਹਾਸ 'ਚ ਪਹਿਲਾ ਕੋਈ ਸੂਬਾ ਹੋਣਾ ਜਿਹਨੇ ਆਪਣਾ ਕਾਨੂੰਨ ਬਣਾਇਆ ਹੋਵੇ, ਜਿਹਨੇ ਆਪਣਾ ਲਾਗੂ ਕਰਨ ਦੇ ਲਈ ਸਰਕੂਲਰ ਕੱਢੇ ਹੋਣ, ਔਰ ਆਪ ਹੀ ਉਹ ਸਰਕੂਲਰਾਂ ਦੇ ਖਿਲਾਫ, ਮੰਨ ਲਓ ਕੋਈ ਵੀ ਸਟੇਟ ਆ ਆਪਣੇ ਕਾਨੂੰਨ ਦੇ ਅਗੇਂਸਟ ਤਾਂ ਕੋਰਟ 'ਚ ਨਹੀਂ ਜਾ ਸਕਦੀ। ਤੁਹਾਡੇ ਕੋਲ ਅਧਿਕਾਰ ਹੈ ਕਿ ਤੁਸੀਂ ਹੁਣੇ ਬਜਟ ਸੈਸ਼ਨ ਕੀਤਾ ਸੀ ਤਾਂ ਉਹਦੇ 'ਚ ਇਹਨੂੰ ਅਮੈਂਡਮੈਂਟ ਕਰ ਲੈਂਦੇ। ਸਾਡਾ ਤੁਸੀਂ ਕੋਈ ਅਮੈਂਡਮੈਂਟ ਕਰ ਲਓ, ਅਸੀਂ ਤਾਂ ਉਹਦੇ 'ਚ ਨਹੀਂ। ਕਾਨੂੰਨ ਬਣਾਉਣਾ ਵਿਧਾਨ ਸਭਾ ਦਾ ਤੇ ਪਾਰਲੀਮੈਂਟ ਦਾ ਕੰਮ ਹੈ। ਸਾਡਾ ਤਾਂ ਜੋ ਬਣ ਗਿਆ ਉਹਨੂੰ ਮੋਨੀਟਰਿੰਗ ਕਰਨਾ ਇੱਕ ਤਰੀਕੇ ਨਾਲ ਕੰਮ ਹੈ, ਠੀਕ ਹੈ ਨਾ, ਮੋਨੀਟਰਿੰਗ ਕਰਨ ਦਾ ਕੰਮ ਹੈ ਸਾਡਾ। ਹੁਣ ਵਿਧਾਨ ਸਭਾ 'ਚ ਇਹਨੂੰ ਫੇਸ ਕਰਨਾ ਚਾਹੀਦਾ, ਔਰ ਜੇ ਗੱਲ ਹੀ ਕਰਨੀ ਤਾਂ ਸਿੱਧਾ ਪਬਲਿਕਲੀ ਕਰਨਗੇ ਨਾ ਵੀ ਪੰਜਾਬ ਸਰਕਾਰ ਹੁਣ ਰਿਜ਼ਰਵੇਸ਼ਨ ਪਾਲਿਸੀ ਦੇ ਖਿਲਾਫ ਹੈ ਔਰ ਇਹਨੂੰ ਬੰਦ ਕਰਨਾ, ਤਾਂ ਕਹਿ ਦੇਣਾ ਨਾ। ਹੁਣ ਇਹ ਜਦੋਂ ਕੋਰਟ ਦੇ ਵਿੱਚ ਮਸਲਾ ਪਹੁੰਚ ਗਿਆ ਹੈ ਤੇ ਤੁਸੀਂ ਵੀ ਇਸ ਦੇ ਵਿੱਚ ਪਾਰਟੀ ਆਪਣੀ ਬਣੂਗੀ? ਬਣਾਇਆ ਹੀ ਸਾਨੂੰ ਆ ਪਾਰਟੀ, ਨਹੀਂ ਬਣਾਇਆ ਹੀ ਫਸਟ ਪਾਰਟੀ ਸਾਨੂੰ ਆ, ਜਦ ਕਿ ਸਾਡਾ ਪਾਰਟੀ ਦੇ ਨਾਲ ਕੋਈ ਇਹਦੇ ਨਾਲ ਲੈਣਾ ਦੇਣਾ ਨਹੀਂ ਹੈ। ਕਮਿਸ਼ਨ ਨੂੰ ਹੀ ਪਾਰਟੀ ਬਣਾਤਾ, ਔਰ ਪਾਰਟੀ ਕੀ ਬਣਾਇਆ ਕਿ ਕਮਿਸ਼ਨ ਸਾਨੂੰ ਇਹ ਕਹਿ ਰਿਹਾ ਕਿ ਇਹਨੂੰ ਲਾਗੂ ਕਰੋ, ਜਦ ਕਿ ਹੈ ਲਾਗੂ ਨਹੀਂ ਹੋ ਸਕਦਾ। ਵੀ ਲਾਗੂ ਨਹੀਂ ਹੋ ਸਕਦਾ ਤਾਂ ਸਰਕੂਲਰ ਮੈਂ ਥੋੜ੍ਹਾ ਕਿਹਾ ਕੱਢਣ ਨੂੰ, ਹਾਂਜੀ ਇਹ ਐਕਟ ਬਣਾਉਣ ਨੂੰ ਮੈਂ ਕਿਹਾ, ਚੀਫ ਸੈਕਟਰੀ ਨੂੰ ਮੈਂ ਕਿਹਾ ਇਹਨੂੰ ਬਿੱਲ ਲਾਗੂ ਕਰੋ। ਇਹ ਜਿਹੜਾ 2006 ਦਾ ਐਕਟ ਹੈ ਇਹਦੇ 'ਚ ਲਿਖਿਆ ਆ, ਇਹਦੀ ਧਾਰਾ ਉਹ 4 ਦੀ 7 ਸੀਗੀ,
ਇਹਦੇ 'ਚ ਲਿਖਣਾ ਇਹਦੇ 'ਚ ਉਹਨਾਂ ਨੇ, ਮੈਂ ਇਹਦੇ 'ਚ ਚਿੱਠੀ 'ਚ ਲਿਖਿਆ, ਪੜ੍ਹ ਕੇ ਸੁਣਾਉਣਾ ਮੈਂ। ਆਇਆ ਉਹਦੇ 'ਚ 4 ਨੰਬਰ ਪੈਰਾ 'ਤੇ ਲਿਖਿਆ, ਪੰਜਾਬ ਸ਼ਡਿਊਲਡ ਕਾਸਟ ਐਂਡ ਬੈਕਵਰਡ ਕਲਾਸਿਸ ਰਿਜ਼ਰਵੇਸ਼ਨ ਇਨ ਸਰਵਿਸ ਐਕਟ 2006 ਦੀ ਧਾਰਾ 4 ਉਪ ਧਾਰਾ 7 ਵਿੱਚ ਹੇਠ ਲਿਖੇ ਅਨੁਸਾਰ ਉਪਬੰਧ ਦਰਜ ਹੈ। ਕੀ ਹੈਗਾ 7 ਦਾ? ਰਿਜ਼ਰਵੇਸ਼ਨ ਸ਼ੈਲ ਬੀ ਐਪਲੀਕੇਬਲ ਟੂ ਦ vacancies to be filled on the ad hoc basis, short-term vacancies, work charge establishment, daily wages staff, and the staff engaged on contract basis। यानी ये रेगुलर ना भी होण तां भी ਉਹਦੀ ਧਾਰਾ ਜਿਹੜੀ ਉਪਧਾਰਾ 7 ਇਹ ਕਹਿੰਦੀ ਹੈ ਕਿ ਡੇਲੀ ਬੇਸਿਸ ਤੇ ਵੀ ਹੋਣ ਉਹਦੇ। ਹਾਂਜੀ, ਇਹ ਕਲੀਅਰ ਕੀਤਾ ਹੈ। ਔਰ ਉਹਦੇ 'ਚ ਲਿਖਿਆ ਹੈ ਕਿ ਵੀ 5 'ਤੇ ਕਿ ਉਪਰੋਕਤ ਨੂੰ ਸਨਮੁਖ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਐਡਵੋਕੇਟ ਜਨਰਲ, ਮੰਨ ਲਓ ਜਿਸ ਪਾਰਟੀਕੂਲਰ ਕੇਸ ਲਈ ਗਏ ਉਹਦੇ ਲਈ ਚਿੱਠੀ ਹੈ ਕਿ ਐਡਵੋਕੇਟ ਜਨਰਲ ਪੰਜਾਬ ਦੇ ਦਫ਼ਤਰ ਵਿੱਚ ਲਾਅ ਅਫਸਰਾਂ ਦੀ ਅੰਗੇਜਮੈਂਟ ਸਮੇਂ ਦੀ ਪੰਜਾਬ ਸ਼ਡਿਊਲਡ ਕਾਸਟ ਐਂਡ ਬੈਕਵਰਡ ਕਲਾਸਿਸ ਰਿਜ਼ਰਵੇਸ਼ਨ ਇਨ ਸਰਵਿਸ ਐਕਟ 2006 ਦੇ ਉਪਬੰਧਾਂ ਅਨੁਸਾਰ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਦੇ ਉਮੀਦਵਾਰਾਂ ਲਈ ਰਾਖਵਾਂਕਰਨ ਲਾਗੂ ਕੀਤਾ ਜਾਵੇ। ਔਰ ਇਹ ਪੱਤਰ ਮੁੱਖ ਮੰਤਰੀ ਪੰਜਾਬ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤਾ ਗਿਆ ਹੈ। ਕਦੋਂ ਦਾ ਹੈਗਾ? 9/12/21 6 ਮਹੀਨੇ ਪਹਿਲਾਂ ਦਾ। ਮਤਲਬ ਸਰਕਾਰ ਕੋਈ ਆਵੇ, ਸਰਕਾਰ ਕੋਈ ਜਾਵੇ, ਇਹ ਕਰਨਾ ਕੀ ਇਹਨਾਂ ਦਾ? ਇਹ ਹੋਮ ਸੈਕਟਰੀ ਦੀ ਲੈਟਰ ਹੈ। ਇਹ ਇਸ਼ੂ ਹਰ ਵਾਰੀ ਖੜਾ ਹੁੰਦਾ ਜਦੋਂ ਵੀ ਅਪਾਇੰਟਮੈਂਟਸ ਹੋਣੀਆਂ, ਹਰ ਵਾਰੀ ਨਹੀਂ, ਪਰ ਗੱਲ ਇੱਦਾਂ ਹੈ ਕਿ ਜਦੋਂ ਤੁਸੀਂ ਸਰਕੂਲਰ ਕਰਤਾ, ਕਾਨੂੰਨ ਬਣਾਤਾ, ਐਕਟ ਬਣਾਤਾ, ਸਰਕੂਲਰ ਜਾਰੀ ਕਰਤਾ ਵੀ ਇਹਨੂੰ ਲਾਗੂ ਕਰਨਾ ਹੈ, ਠੀਕ ਹੈ। ਤੇ ਸਾਡੇ ਕੋਲ ਪਿਛਲੀ ਵਾਰ ਜਦੋਂ ਅਸੀਂ ਸੁਣਿਆ ਸੀ ਤਾਂ ਮੰਨ ਕੇ ਆਏ ਸੀ ਅਸੀਂ ਕਰਾਂਗੇ, ਉਹਨੂੰ ਦੇਖਦੇ ਹੋਏ ਇਹਨਾਂ ਨੇ ਅੱਗੇ ਲੈਟਰ ਕੱਢ ਦਿੱਤਾ। ਜਦੋਂ ਇਹਨਾਂ ਨੇ ਲਾਗੂ ਹੀ ਕਰ ਦਿੱਤਾ, ਮੰਨ ਲਓ ਇਹ ਤਾਂ ਹੈ ਨਹੀਂ ਕਿ ਇੱਕ ਹੋਮ ਸੈਕਟਰੀ ਆਵੇ, ਦੂਜਾ ਹੋਮ ਸੈਕਟਰੀ ਉਹਨੂੰ ਚੇਂਜ ਕਰ ਦੇ। ਉਹਨੂੰ ਚੇਂਜ ਕਰਨ ਦਾ ਤਰੀਕਾ ਕੀ ਹੈ? ਤੁਸੀਂ ਹਾਊਸ 'ਚ ਲੈ ਜਾਓ, ਹਾਊਸ ਜਾ ਕੇ ਅਮੈਂਡਮੈਂਟ ਕਰ ਲਓ। ਹਾਂਜੀ, ਔਰ ਇਹ ਅਮੈਂਡਮੈਂਟ ਕਰ ਲੈਂਦੇ ਤਾਂ ਕੌਣ ਰੋਕਦਾ ਤੁਹਾਨੂੰ? ਤਾਂ ਕਿ ਫੇਸ ਕਰੋ, ਲੋਕਾਂ ਨੂੰ ਪਤਾ ਲੱਗੇ ਕਿ ਵੀ ਇਹ ਰਿਜ਼ਰਵੇਸ਼ਨ ਬੰਦ ਕਰਨ ਦੇ ਲਈ ਅਮੈਂਡਮੈਂਟ ਆ ਰਹੀ ਹੈ। ਲੋਕਾਂ ਨੂੰ ਦੱਸ ਦਿਓ, ਸਾਨੂੰ ਕਿਸ ਤਰ੍ਹਾਂ ਆ। ਹੁਣ ਜਦੋਂ ਅਸੀਂ ਦੁਬਾਰਾ ਨੋਟਿਸ ਕੀਤਾ ਆ ਤੇ ਵੀ ਇਹ ਤੁਸੀਂ ਅਖਬਾਰਾਂ 'ਚ ਜਿਹੜੀ ਐਡ ਕੱਢੀ ਆ ਉਹਦੇ 'ਚ ਇਹ ਲਾਗੂ ਨਹੀਂ ਕੀਤਾ ਗਿਆ ਤਾਂ ਉਹਨਾਂ ਨੇ ਕੋਰਟ 'ਚ ਚਲੇ ਗਏ। ਹਾਲੇ ਕੋਰਟ ਨੇ ਸਟੇ ਨਹੀਂ ਦਿੱਤੀ, ਇਸ ਕਰਕੇ ਇਹ ਅਫੀਸਰ ਉੱਥੇ ਵੀ ਆਉਂਦੇ ਆ ਸਾਡੇ ਕੋਲ ਵੀ। ਮੈਂ ਤਾਂ ਵੈਸੇ ਵੀ ਸਾਰਿਆਂ ਨਾਲ ਗੱਲ ਕਰਦਾ ਵੀ ਕੀ ਕਰਨ ਕੀ ਰਹੇ, ਇਹਦਾ ਮਤਲਬ ਕੀ ਹੈ? ਬਈ ਰਿਜ਼ਰਵੇਸ਼ਨ ਤਾਂ ਰੋਕ ਲਓਗੇ, ਪਰ ਰੋਕੋਗੇ ਕਿਹਦੇ ਖਿਲਾਫ ਗੱਲ ਕਰਕੇ? ਇੱਕ ਅਦਰਵਾਈਜ਼ ਤੁਸੀਂ ਵਿਧਾਨ ਸਭਾ ਨੂੰ ਵੀ ਤੋੜ ਦਿਓਗੇ। ਮੰਨ ਲਓ ਵਿਧਾਨ ਸਭਾ ਦੇ ਐਕਟ ਦੀ ਪਾਲਿਸੀ ਕੀ ਹੈ, ਵਿਧਾਨ ਸਭਾ 'ਚ ਕਾਨੂੰਨ ਬਣਦੇ ਆ ਤਾਂ ਉਹ ਅੱਛਾ ਉਹ ਮੈਨੂੰ ਕਹਿੰਦੇ ਆ ਕਿ ਇਹਦੇ ਖਿਲਾਫ ਲੋਕੀ ਕੋਰਟ 'ਚ ਗਏ। ਪ੍ਰਾਈਵੇਟ ਲੋਕ ਜਾਣ, ਤੁਸੀਂ ਬਣਾ ਕੇ ਤੁਸੀਂ ਕਿੱਦਾਂ ਚੱਲ ਜਾਂਗੇ? ਤੁਸੀਂ ਅਮੈਂਡਮੈਂਟ ਕਰਨ ਦੀ ਹੁੰਦੀ। ਹਾਂ, ਇਹ ਇੱਕ ਬਹੁਤ ਵੱਡਾ ਅਜੀਬ ਜਿਹਾ, ਤੁਹਾਡਾ ਕੇਸ ਸਟਰੋਂਗ ਹੋ ਜਾਵੇ। ਮੈਂ ਕਹਿੰਦਾ ਕਿ ਅਜੀਬ ਕਿਸਮ, ਮਤਲਬ ਮੰਨ ਲਓ ਕੋਰਟ ਕੀ ਕਹਿੰਦੀ ਹੈ, ਜੇ ਕੱਲ੍ਹ ਕੋਰਟ ਕਹਿ ਦੇਵੇ ਵੀ ਕਮਿਸ਼ਨ ਨਹੀਂ ਕਰ ਸਕਦਾ, ਮੰਨ ਲਓ ਨਹੀਂ ਕਰਦਾ, ਪਰ ਫਿਰ ਵੀ ਕੀ ਪੰਜਾਬ ਨੂੰ, ਮੰਨ ਲਓ ਕਿਸੇ ਵੀ ਸੂਬੇ ਨੂੰ ਇਹ ਇਜਾਜ਼ਤ ਮਿਲ ਜੂਗੀ ਕਿ ਉਹ ਕਰ ਦੇਵੇ? ਮੰਨ ਲਓ ਸਾਨੂੰ ਕੋਰਟ ਕਹਿ ਦੇਵੇ ਤੁਸੀਂ ਇੰਟਰਵੀਨ ਨਾ ਕਰੋ, ਫਿਰ ਕੀ ਕਰਨਗੇ? ਤੁਸੀਂ ਤਾਂ ਕਹੋਗੇ ਕਿ ਰਿਜ਼ਰਵੇਸ਼ਨ ਨਹੀਂ ਲਾਗੂ ਹੋਣੀ, ਤੁਸੀਂ ਕਹੋਗੇ ਕਿ ਸਾਡਾ ਜਿਹੜਾ ਐਕਟ ਆ ਉਹ ਅਸੀਂ ਲਾਗੂ ਨਹੀਂ ਕਰਨਾ। ਕਿੱਦਾਂ ਕਰੂੰਗੇ? ਮੈਨੂੰ ਸਮਝ ਹੀ ਨਹੀਂ ਲੱਗੀ। ਔਰ ਇਸ ਤੋਂ ਪਹਿਲਾਂ ਵੀ ਸਾਡੇ ਕੋਲ ਹੋਰ ਵੀ ਕੇਸ ਆਏ ਹੋਆ। ਸਾਡੇ ਕੋਲ ਜੁਡੀਸ਼ਰੀ ਦਾ ਕੇਸ ਆਇਆ ਸੀ, ਇਹਦੇ 'ਚ ਜਿਹੜਾ ਉਹ ਪਹਿਲਾਂ ਚਿੱਠੀ ਜਿਹੜੀ ਕੱਢੀ ਆ ਉਹਦੇ 'ਚ ਬਕਾਇਦਾ ਸੈਸ਼ਨ ਜੱਜਿਸ ਨੂੰ ਵੀ ਕੱਢੀ ਹੈ, ਦਿਖਾ ਦਿਓ ਜਿਹੜੇ 7 ਦੀ ਚਿੱਠੀ ਚੀਫ ਸੈਕਟਰੀ ਦੀ ਐਸ ਸੀ ਅਗਰਵਾਲ ਦੀ ਸੀ, ਨਹੀਂ ਐਸ ਸੀ ਅਗਰਵਾਲ ਤੋਂ ਪਹਿਲਾਂ। ਹਾਂ, ਇਹਦੇ 'ਚ ਬਕਾਇਦਾ ਉਹਨਾਂ ਨੇ ਸਾਰਿਆਂ ਨੂੰ ਕੱਢੀ ਹੈ। ਆਲ ਡਿਪਟੀ ਕਮਿਸ਼ਨਰ, ਆਲ ਡਿਸਟ੍ਰਿਕਟ ਐਂਡ ਸੈਸ਼ਨ ਜੱਜਿਸ ਐਂਡ ਆਲ ਸਬ ਜੁਡੀਸ਼ੀਅਲ ਮੈਜਿਸਟਰੇਟ ਸਿਵਲ ਇਨ ਦੀ ਸਟੇਟ ਆਫ ਪੰਜਾਬ। ਮੰਨ ਲਓ ਉਹਨਾਂ ਨੇ ਸਿਵਲ ਜੱਜਾਂ ਨੂੰ ਵੀ ਕਿਹਾ ਕਿ ਰਿਜ਼ਰਵੇਸ਼ਨ ਜਿਹੜੀ ਲਾਗੂ ਕਰਦੀ ਹੈ, ਠੀਕ ਹੈ। ਹੁਣ ਇਹਨਾਂ ਦੇ ਵਿੱਚ ਜਿਹੜਾ ਅਸੀਂ ਇਹ ਵੀ ਪੁੱਛਿਆ ਸੀ ਜੋ ਪਿਛਲੀ ਵਾਰੀ ਕਿ ਵੀ ਜੱਜਿਸ ਦੇ ਮੰਨ ਲਓ ਸੈਸ਼ਨ ਜੱਜ ਤੱਕ ਇਹਨਾਂ ਨੂੰ ਕਿਉਂ ਨਹੀਂ ਰਿਜ਼ਰਵੇਸ਼ਨ ਦਿੰਦੇ? ਤਾਂ ਕਹਿੰਦੇ ਜੀ ਹਾਈ ਕੋਰਟ ਸਾਨੂੰ ਇੰਟਰਵੀਨ ਕਰਦਾ, ਅਸੀਂ ਉਹਦੇ 'ਚ ਕਿਉਂਕਿ ਜੁਡੀਸ਼ਰੀ 'ਚ ਰਿਜ਼ਰਵੇਸ਼ਨ ਹੈ। ਮੈਂ ਕਹਿੰਦਾ ਪਹਿਲਾਂ ਇਹ ਪੁੱਛਿਓ, ਦੱਸੋ ਕਿ ਸਾਨੂੰ ਇਹ ਹਾਈ ਕੋਰਟ ਦੇ ਇੰਪਲਾਈ ਹੈ ਜਾਂ ਪੰਜਾਬ ਸਰਕਾਰ ਦੇ? ਜੇ ਤਾਂ ਹਾਈ ਕੋਰਟ ਦੇ ਇੰਪਲਾਈ ਹੈ
ਉਹਨਾਂ ਦੇ ਅੰਡਰ ਫਿਰ ਤਾਂ ਨਹੀਂ ਹੋਏਗੀ, ਪਰ ਜੇ ਪੰਜਾਬ ਸਰਕਾਰ ਦੇ EMPLOYE ਹੈ ਤਾਂ ਫਿਰ ਲਾਗੂ ਹੋਏਗੀ। ਅੱਛਾ, ਉੱਥੇ ਵੀ ਇਹਨਾਂ ਨੂੰ ਦੱਸਿਆ ਗਿਆ, ਪਰ ਉੱਥੇ ਮੰਨੇ ਜੀ ਅਸੀਂ ਤਾਂ ਕਾਹਨੂੰ ਤਿਆਰ ਹਾਂ, ਹਾਈ ਕੋਰਟ ਨਹੀਂ ਮੰਨਦਾ। ਫਿਰ ਅਸੀਂ ਕਮਿਸ਼ਨ ਦੇ ਤੌਰ 'ਤੇ ਅਸੀਂ ਹਾਈ ਕੋਰਟ ਦੇ ਜਿਹੜੇ ਰਜਿਸਟਰਾਰ ਨੇ ਉਹਨਾਂ ਨੂੰ ਵੀ ਬੁਲਾਇਆ, ਜਿਹੜੇ ਰਜਿਸਟਰਾਰ ਜਰਨਲ ਵੀ ਸੀ ਔਰ ਰਜਿਸਟਰਾਰ ਜਿਹੜੇ ਦੂਸਰੇ ਐਡਮਿਨ ਵੀ ਸੀ, ਦੋਨਾਂ ਨੂੰ ਬੁਲਾਇਆ। ਔਰ ਕਿਉਂਕਿ ਅਸੀਂ ਰੈਫਰੈਂਸ ਦਿੱਤਾ ਸੀ 2000 ਦਾ ਕੇਸ ਸੀ ਇੱਕ ਬਿਹਾਰ ਦਾ, ਔਰ ਉਹਦੇ 'ਚ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਇਹ ਜਿਹੜਾ ਜੁਡੀਸ਼ਰੀ ਦੇ ਵਿੱਚ ਰਿਜ਼ਰਵੇਸ਼ਨ ਦੇਣਾ ਜਿਹੜਾ ਆ ਉਹ ਸਟੇਟ ਦਾ ਕੰਮ ਆ, ਕਿਉਂਕਿ ਇਹ ਜਿਹੜਾ ਸਟੇਟ ਇਸਟੈਬਲਿਸ਼ਮੈਂਟ ਦਾ ਹਿੱਸਾ ਆ। ਜਦ ਕਿ ਮੰਨ ਲਓ ਸੁਪਰੀਮ ਕੋਰਟ ਕਹਿ ਰਿਹਾ ਕਿ ਇਹ ਸਾਡਾ ਕੰਮ ਨਹੀਂ ਆ, ਇਹ ਸਟੇਟ ਦਾ ਕੰਮ ਆ। ਔਰ ਜਦੋਂ ਅਸੀਂ ਉਹ ਜਿਹੜੇ ਰਜਿਸਟਰਾਰ ਦੋਨੇ ਆਏ ਸੀ ਮਾਨਜੋਤ, ਉਹਨਾਂ ਨੂੰ ਪੁੱਛਿਆ ਵੀ ਹਾਂ ਵੀ ਤੁਸੀਂ ਇਹਦੇ 'ਤੇ ਕੀ ਕਹਿਣਾ ਚਾਹੁੰਦੇ ਹੋ, ਕਹਿੰਦੇ ਅਸੀਂ ਤਾਂ ਪੰਜਾਬ ਸਰਕਾਰ ਨੂੰ ਆਲਰੇਡੀ ਕਨਵੇ ਕਰ ਦਿੱਤਾ ਹੈ ਕਿ ਸਾਡਾ ਕੋਈ ਰੌਲਾ ਨਹੀਂ ਹੈ, ਤਾਂ ਤੁਸੀਂ ਦੇਖਣਾ। ਮਤਲਬ ਉਹ ਸਾਡੀ ਪ੍ਰੋਸੀਡਿੰਗ ਦਾ ਹਿੱਸਾ ਹੈ। ਫਿਰ ਅਸੀਂ ਪੁੱਛਿਆ ਵੀ ਹਾਂ ਵੀ ਤੁਸੀਂ ਸੈਕਟਰੀ ਸਾਹਿਬ ਤੁਸੀਂ ਦੱਸੋ, ਸਾਡੇ ਹੋਮ ਸੈਕਟਰੀ ਆਏ ਸੀ, ਮੈਂ ਉਹਨਾਂ ਨੂੰ ਪੁੱਛਿਆ ਵੀ ਹਾਂ ਵੀ ਤੁਸੀਂ ਦੱਸੋ ਕੀ ਕਹਿਣਾ ਚਾਹੁੰਦੇ ਹੋ। ਹੁਣ ਤਾਂ ਹਾਈ ਕੋਰਟ ਨੇ ਤਾਂ ਕਲੀਅਰ ਕਰਤਾ ਕਿ ਸਾਡਾ ਤਾਂ ਰੌਲਾ ਹੀ ਕੋਈ ਨਹੀਂ, ਇਹ ਤਾਂ ਤੁਹਾਡਾ ਰੌਲਾ ਆ। ਫਿਰ ਕਹਿੰਦੇ ਠੀਕ ਹੈ ਜੀ ਅਸੀਂ ਕਰ ਦਿੰਦੇ ਹਾਂ। ਉੱਥੋਂ ਸਾਨੂੰ ਮੰਨ ਕੇ ਆ ਗਏ, ਔਰ ਇੱਥੇ ਹਾਲੇ ਤੱਕ ਲਾਗੂ ਨਹੀਂ ਹੋਇਆ। ਔਰ ਇੱਥੇ ਜਿਹੜੀ ਕਿਉਂਕਿ ਕੋਈ ਕਾਨੂੰਨ ਬਣਨਾ ਲਾਗੂ ਕਰਨਾ ਕਿਹਨੇ ਕਰਨਾ, ਸਰਕਾਰ ਨੇ। ਇੱਕ ਫੈਸਲਾ ਹੋ ਗਿਆ ਹਾਈ ਕੋਰਟ ਸੁਪਰੀਮ ਕੋਰਟ ਦੇ ਫੈਸਲੇ ਦੇ ਤੋਂ ਵੀ ਉੱਤੋਂ ਦੀ ਕੋਈ ਹੁੰਦਾ ਨਹੀਂ। ਹੁਣ ਇਹਨਾਂ ਨੇ ਪੰਜਾਬ ਸਰਕਾਰ ਨੇ ਕੀ ਕੀਤਾ ਕਿ ਉਹ ਕੇਸ ਚੱਕ ਕੇ AG ਆਫਿਸ ਭੇਜਤਾ, ਔਰ AG ਆਫਿਸ ਨੇ ਆਪਣੇ ਕਮੈਂਟਸ ਦੇ ਦਿੱਤੇ ਕਿ ਇਹ ਜਿਹੜੀ ਆ ਉਹਦੀ ਐਫੀਸ਼ੀਐਂਸੀ ਦਾ ਕਾਬਲੀਅਤ ਦੇ ਉੱਤੇ ਡਿਪੈਂਡ ਕਰਨਾ ਚਾਹੀਦਾ ਜੀ, ਉਹ ਕਰਨਾ। ਫਿਰ ਕਾਨੂੰਨ ਬਣਾਉਂਦੇ ਹੋਏ ਵੀ ਉਹ ਕਹਿੰਦੇ ਠੀਕ ਹੈ। ਹੁਣ ਉਹਦੇ 'ਚ ਰਿਕਮੈਂਡੇਸ਼ਨ ਦੀ ਲੋੜ ਨਹੀਂ ਹੈ, ਉਹਨੂੰ ਤਾਂ ਲਾਗੂ ਕਰਨਾ ਹੈ, ਕਿਉਂਕਿ ਤੁਹਾਡੇ ਚੀਫ ਸੈਕਟਰੀ ਨੇ ਚਿੱਠੀ ਲਿਖੀ ਹੈ। ਹਾਂਜੀ, ਅਗਰ ਚੀਫ ਸੈਕਟਰੀ ਚਿੱਠੀ ਲਿਖਦਾ ਹੈ ਤਾਂ ਉਹਨੂੰ ਵੀ ਲਾਗੂ ਕਰਨਾ ਹੈ। ਉੱਥੇ ਵੀ ਆਣ ਕੇ ਕਿਤੇ ਨਾ ਕਿਤੇ ਵਿਤਕਰਾ ਜਿਹੜਾ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ। ਔਰ ਇੱਥੇ ਤਾਂ ਜਿਹੜੇ ਹੋਰ ਪੁਲਿਸ ਦੀ ਭਰਤੀ, ਫਲਾਂ ਭਰਤੀ, ਇਹ ਭਰਤੀ, ਛੋਟੀਆਂ ਮੋਟੀਆਂ ਮਤਲਬ ਜਿੱਥੇ ਕਿ ਸਟੇਟਸ ਦੇ ਲੋਕ ਹੁੰਦੇ ਉੱਥੇ ਆਣ ਕੇ ਗੜਬੜਾ, ਤੇ ਬਾਕੀ ਤਾਂ ਥਲੜੀਆਂ ਜਿਹੜੀਆਂ ਪੋਸਟਾਂ ਆ। ਇੱਕ ਸਾਹਮਣਾ ਸਾਹਿਬ ਦੂਜਾ ਜਿਹੜਾ ਐਸਸੀ ਸਕਾਲਰਸ਼ਿਪ ਵਾਲਾ ਤੁਹਾਡੇ ਕੋਲ ਇਸ਼ੂ ਸੀ, ਉਹਦਾ ਕੀ ਬਣਿਆ ਤੁਹਾਡੇ ਕੋਲੇ? ਐਸਸੀ ਸਕਾਲਰਸ਼ਿਪ ਦਾ ਇਹਨਾਂ ਨੂੰ ਵਾਰ-ਵਾਰ ਅਸੀਂ ਪੁੱਛ ਰਹੇ ਹਾਂ, ਕਿਉਂਕਿ ਜਿਹੜੇ ਭੇਜ ਦਿੰਦੇ ਅਫਸਰ ਉਹ ਇਸ ਕਿਉਂਕਿ ਅਸੀਂ ਤਾਂ ਹਾਇਰ ਐਜੂਕੇਸ਼ਨ ਨੂੰ ਬੁਲਾਇਆ, ਸੋਸ਼ਲ ਜਸਟਿਸ ਨੂੰ ਵੀ ਬੁਲਾਇਆ, ਤੇ ਉਹ ਕੋਈ ਗੱਲ ਕਨਵੇ ਕਲੀਅਰ ਤਰੀਕੇ ਨਾਲ ਕਰਦੇ। ਅਸੀਂ ਉਹਨਾਂ ਨੂੰ ਪੁੱਛਿਆ ਵੀ ਜਿਹੜਾ ਤੁਹਾਡਾ ਪੈਸਾ ਆ ਉਹ ਤੁਸੀਂ ਦੇਣਾ ਕਿੱਦਾਂ ਆ, ਸਾਨੂੰ ਇਹ ਦੱਸੋ। ਕਿਉਂਕਿ ਕੇਂਦਰ ਸਰਕਾਰ ਨੇ ਕਲੀਅਰ ਕਰਤਾ ਕਿ ਅਸੀਂ ਜਿੰਨਾ ਪੈਸਾ ਇਹਨਾਂ ਨੂੰ ਦੇਣਾ ਸੀ ਉਹ ਦੇ ਦਿੱਤਾ, ਔਰ ਉਸ ਸਾਡੀਆਂ ਜਿਹੜੀਆਂ ਯੋਜਨਾਵਾਂ ਦੇ ਮੁਤਾਬਕ ਪੰਜਾਬ ਸਰਕਾਰ ਨੇ ਵੀ ਮੰਨ ਲਿਆ ਕਿ ਵੀ ਸਾਡੇ ਕੋਲ 140 ਕਰੋੜ ਜਿਹੜੀ ਪਿਛਲਾ ਜਿਹੜਾ ਸੀ ਉਹ ਸੈਂਟਰ ਗਵਰਨਮੈਂਟ ਦਾ ਵਾਧੂ ਪਿਆ ਸੀ, ਇਹਨਾਂ ਨੇ ਵਾਪਸ ਕੀਤਾ। ਭਾਵ ਕਿ ਉਹਨਾਂ ਨੇ 283 ਕਰੋੜ ਰੁਪਏ ਸਮਥਿੰਗ ਦੇਣਾ ਸੀ, ਮੇਰੇ ਕੋਲ ਹੁਣ ਇਸ ਵੇਲੇ ਉਹਦਾ ਡਾਟਾ ਨਹੀਂ ਹੈ, ਮੈਂ ਪਿਛਲੀ ਵਾਰ ਕਲੀਅਰ ਕਰਕੇ ਗਿਆ। ਔਰ ਜਿਹੜਾ ਉਹਦੇ 'ਚ ਇਹਨਾਂ ਕੋਲ ਵਾਧੂ ਪਿਆ ਸੀ ਇਹਨਾਂ ਨੇ ਲਿਖ ਕੇ ਦਿੱਤਾ ਸਾਡੇ ਕੋਲ ਫਾਲਤੂ ਆ, ਉਹ ਅਸੀਂ ਡਿਟੈਕਟ ਕਰਕੇ ਬਾਕੀ ਜਿਹੜਾ ਪੈਸਾ ਸੀ ਉਹ ਇਹਨਾਂ ਨੂੰ ਭੇਜ ਦਿੱਤਾ। ਉਹ ਸਾਰੇ ਪੈਸੇ ਹੁਣ ਤੱਕ ਜਿਹੜੇ ਆ, ਜੇ ਅਸੀਂ ਕਹੀਏ ਤਾਂ 20-21 ਤੱਕ ਜਿਹੜੇ ਸੀ ਉਹ ਸਾਰੇ ਪੈਸੇ ਇਹਨਾਂ ਨੂੰ ਆ ਚੁੱਕੇ ਆ। ਔਰ 21-22 ਦੇ ਵੀ ਜਿਹੜੇ ਕੇਂਦਰ ਸਰਕਾਰ ਨੇ 60% ਜਿਹੜਾ ਭੇਜਣਾ ਸੀ ਉਹ ਭੇਜ ਦਿੱਤਾ। ਇਹ ਜਿਹੜਾ ਉਹਨਾਂ ਨੇ ਕੇਂਦਰ ਸਰਕਾਰ ਨੇ ਦਿੱਤਾ, ਭਾਵ ਹੁਣ ਕੇਂਦਰ ਸਰਕਾਰ ਨੇ ਕਲੀਅਰ ਕਰਤਾ ਕਿ ਅਸੀਂ ਸਕਾਲਰਸ਼ਿਪ ਦਾ ਕੋਈ ਪੈਸਾ ਬਕਾਇਆ ਨਹੀਂ ਹੈਗਾ। ਔਰ ਇਹ ਇਕੱਲਾ ਮਤਲਬ ਉਹਨਾਂ ਨੇ ਕਹਿਤਾ ਐਸਾ ਨਹੀਂ, ਦੋਨੇ ਪੰਜਾਬ ਸਰਕਾਰ ਦੇ ਨੁਮਾਇੰਦੇ ਵੀ ਸੀ, ਕੇਂਦਰ ਸਰਕਾਰ ਦੇ, ਔਰ ਉਹਨਾਂ 'ਚ ਗੱਲ ਕਲੀਅਰ ਹੋ ਗਈ ਕਿ ਉਹਨਾਂ ਨੇ ਸਾਨੂੰ ਪੈਸਾ। ਹੁਣ ਰਹਿ ਗਿਆ ਪੈਸਾ ਦੇਣਾ ਕਿਹਨੇ ਆ, ਉਹ ਦੇਣਾ ਹੈ ਪੰਜਾਬ ਸਰਕਾਰ ਨੇ। ਉਹ ਚਾਹੇ ਪਿਛਲੀ ਸਰਕਾਰ ਹੋ ਕੋਈ ਹੋਵੇ, ਸਰਕਾਰ ਤਾਂ ਸਰਕਾਰ ਹੈ। ਉਹ A ਸਰਕਾਰ ਸੀ, B ਸਰਕਾਰ, ਪਾਰਟੀਆਂ ਨਾਲ ਸਰਕਾਰ ਨਹੀਂ ਹੈ, ਪੰਜਾਬ ਨਾਲ ਸਰਕਾਰ ਹੈ। ਸੋ ਉਹਨਾਂ ਨੇ ਪੇ ਕਰਨਾ ਆ, ਔਰ ਇਹ ਹਾਲੇ ਤੱਕ ਕਲੀਅਰ ਨਹੀਂ ਕਰ ਰਹੇ ਕਿ ਦੇਣਾ ਕਿੱਦਾਂ ਹੈ। ਅਸੀਂ ਘੁਟਾਲੇ ਬਾਰੇ ਵੀ ਪੁੱਛਿਆ, ਘੁਟਾਲੇ ਬਾਰੇ ਵੀ ਹਾਲੇ ਇਹਨਾਂ ਦੀ ਜਿਹੜੀ ਕਿਉਂਕਿ ਰਿਪੋਰਟ ਆਈ ਸੀ, ਕਿਉਂਕਿ ਅਸੀਂ ਤਾਂ ਇਹਨਾਂ ਕੋਲ ਰਿਪੋਰਟ ਮੰਗ ਰਹੇ ਵੀ ਉਹਦੇ 'ਤੇ ਤੁਸੀਂ ਕਹਿਣਾ ਕੀ ਹੈ। ਘੁਟਾਲੇ 'ਤੇ ਵੀ ਕੋਈ ਕਲੀਅਰ ਆਪਣੀ ਸਟੇਟਮੈਂਟ ਨਹੀਂ ਦੇ ਰਹੇ, ਕਿਉਂਕਿ ਸਾਡਾ ਤਾਂ ਆਪਣਾ ਕੋਈ ਨਹੀਂ, ਅਸੀਂ ਤਾਂ ਇਹਨਾਂ ਕੋਲ ਸਟੇਟਮੈਂਟ ਰਿਕਾਰਡ ਮੰਗਣਾ, ਰਿਕਾਰਡ ਮੰਗਿਆ, ਔਰ ਇਹਨਾਂ ਨੇ ਹਾਲੇ ਪ੍ਰੋਵਾਈਡ ਕਰਨ ਲਈ ਸਾਨੂੰ ਕਿਹਾ ਆ ਕਿੰਨਾ ਪੈਸਾ ਦੇਣਾ ਔਰ ਕਿੱਦਾਂ ਦੇਣਾ ਆ। ਔਰ ਘੁਟਾਲੇ ਦਾ ਜਿਹੜਾ ਆ
ਉਹਦੇ ਤੇ ਕੀ ਕੀਤਾ, ਉਹ ਸਾਰੇ ਕੇਸ ਜਿਹੜੇ ਆਲਰੇਡੀ ਚੱਲ ਰਹੇ। ਔਰ ਇਸੇ ਤਰ੍ਹਾਂ ਹੀ ਜਿਹੜੇ ਇੱਕ ਹੋਰ ਕੇਸ ਵੀ ਹੈ, ਉਹਦੇ 'ਚ ਵੀ PPS ਤੋਂ ਇਹਨਾਂ ਨੇ IPS ਬਣਾਏ ਸੀ। ਉਹ ਵੀ ਇੱਕ ਸੁਸ਼ੀਲ ਕੁਮਾਰ ਦਾ ਕੇਸ ਵੀ ਸਾਡੇ ਕੋਲ ਚੱਲਦਾ। ਮੈਂ ਉਹ ਵੀ ਕਰਦਾ, ਪਹਿਲਾਂ ਇਹਨੂੰ ਕਲੀਅਰ ਕਰਦੇ ਹਾਂ। ਉਹਦੇ ਵਿੱਚ ਵੀ 24 IPS ਬਣਾਏ PPS ਤੋਂ, ਔਰ ਇੱਕ ਵੀ SC ਨਹੀਂ ਬਣਾਇਆ। ਜਦ ਕਿ ਉਹਨੂੰ ਕਰਦੇ ਸਮੇਂ, ਰੋਸਟਰ ਬਣਦੇ ਸਮੇਂ ਉਹਦੇ 'ਤੇ 14% ਜਾਣੀ A ਕਲਾਸ ਦੇ A ਔਰ B ਦੇ ਵਿੱਚ 14 ਔਰ B C ਔਰ D ਦੇ ਵਿੱਚ 20% ਰਿਜ਼ਰਵੇਸ਼ਨ ਦਾ ਪ੍ਰਾਵਧਾਨ ਪੰਜਾਬ ਸਰਕਾਰ ਨੇ ਰੱਖਿਆ। ਪੰਜਾਬ ਸਰਕਾਰ ਨੇ ਰੱਖਿਆ ਐਕਟ ਦੇ ਮੁਤਾਬਿਕ ਹੀ। ਉਹ ਚਿੱਠੀਆਂ ਪਹਿਲਾਂ ਕੱਢੀਆਂ ਆ ਉਹਨੂੰ ਲਾਗੂ ਕਰਨ ਦੇ ਲਈ, ਉਹ ਵੀ ਨਹੀਂ ਕੀਤਾ। ਰੋਸਟਰ ਤਾਂ ਜੇ ਕਹੀਏ ਕਿ ਕਿਸੇ ਡਿਪਾਰਟਮੈਂਟ ਨੇ ਪ੍ਰੋਪਰ ਬਣਾਇਆ ਹੀ ਨਹੀਂ, ਔਰ ਰੋਸਟਰ ਨਾ ਬਣਨ ਕਰਕੇ ਉਹਦੇ 'ਚ ਜਿਹੜੇ ਦੂਸਰੇ SC ਦੀ ਪ੍ਰਮੋਸ਼ਨ ਜਿਹੜੀ ਆ ਉਹ ਉਹਨਾਂ ਨੇ ਇਗਨੋਰ ਕੀਤੀ ਹੈ, ਜਿਹਦੇ 'ਤੇ ਬਾਰ-ਬਾਰ ਅਸੀਂ ਕਹਿ ਰਹੇ ਹਾਂ। ਉਹਦੇ 'ਤੇ ਵੀ ਕੁਛ ਜ਼ਿਆਦਾ ਵਧੀਆ ਸਪਸ਼ਟੀਕਰਨ ਨਹੀਂ ਦੇ ਰਹੇ, ਔਰ ਉਹਦੀ ਵੀ ਹਲੇ ਹੁਣ ਨੈਕਸਟ ਵੀਕ ਜਿਹੜੀ ਆ ਉਹਦੀ ਸੁਣਾਈ ਹੈ ਜੀ। ਹੁਣ ਤੁਸੀਂ ਦੱਸੋ। UPSC ਨੂੰ ਵੀ ਪਾਰਟੀ ਬਣਾਇਆ ਸੀ? UPSC ਨੂੰ ਵੀ ਬਣਾਇਆ ਪਾਰਟੀ? UPSC 'ਚ ਉਹਦੇ ਕੇਸ 'ਚ ਨਹੀਂ ਬਣਾਇਆ ਪਾਰਟੀ, ਕਿਉਂਕਿ ਇਹ ਤਾਂ ਜਦੋਂ ਸਾਨੂੰ ਇਹ ਕਹੇ ਕਿ UPSC ਨੇ ਸਾਨੂੰ ਅੱਛਾ ਉਹਦੇ 'ਚ ਜਿਹੜਾ ਉਹਨਾਂ ਦੀ ਅਸੀਂ ਉਹਨਾਂ ਦੀ ਸਲਾਹ ਲਈ ਹੈ ਕਿ ਵੀ ਇਹਦੇ 'ਚ ਤੁਸੀਂ ਕਿਉਂਕਿ UPSC ਦਾ ਇਹਦੇ ਨਾਲ ਲੈਣਾ ਦੇਣਾ ਨਹੀਂ। ਰੋਸਟਰ ਬਣਾਉਣਾ ਪੰਜਾਬ ਸਰਕਾਰ ਦਾ ਕੰਮ ਸੀ, ਔਰ ਉਹਦੀ ਲਿਸਟ ਜਿਹੜੀ ਮੈਰਿਟ ਲਿਸਟ ਬਣਾਉਣੀ ਆ ਉਹਦੀ ਆਪ ਬਣੀ ਆ, ਔਰ ਰੋਸਟਰ ਦੇ ਮੁਤਾਬਕ ਜਿਹੜੇ SCਆਂ ਦਾ ਆਉਣ ਦਾ ਸੀ ਉਹ ਬਣਾਉਣਾ ਹੁੰਦਾ। ਔਰ ਇਸ ਕਰਕੇ ਕਿ ਜਦੋਂ UPSC 'ਚ ਜਾਏਗਾ, ਜਿਹੜੀ ਇਹ ਲਿਸਟ ਬਣਾਏਗੀ, ਉਹਦੇ 'ਚ ਜਦੋਂ ਪ੍ਰਮੋਸ਼ਨ ਹੋਣਗੀ ਉਹਦੇ 'ਚ ਕੋਈ ਜਿਹੜੇ ਅੱਗੇ ਜਾ ਕੇ ਉਹਨਾਂ ਨੂੰ ਰਿਜ਼ਰਵੇਸ਼ਨ ਦਾ ਨਹੀਂ ਹੁੰਦਾ। ਜੋ ਹੋਊਗਾ ਲਿਸਟ ਪੈਂਦੀ ਉਹਨਾਂ ਦੀਆਂ ਨੋਰਮਸ ਦੇ ਉੱਤੇ ਫੁੱਲਫਿਲ ਹੋਣੇ ਚਾਹੀਦੇ ਬਸ। ਡਾਕਟਰ ਸਾਹਿਬ, ਪੰਜਾਬ ਦੇ ਵਿੱਚ ਇੱਕ ਕਨਵਰਜਨ ਦਾ ਮੁੱਦਾ ਬਹੁਤ ਵੱਡਾ ਬਣੀ ਜਾ ਰਿਹਾ ਹੈਗਾ, ਔਰ ਜ਼ਿਆਦਾਤਰ ਜਿਹੜੀ ਆਬਾਦੀ ਹੈ ਕਨਵਰਟ ਹੋ ਰਹੀ ਹੈ ਉਹ SC ਭਾਈਚਾਰੇ ਤੋਂ ਹੀ। ਉਹਦੇ ਨਾਲ ਰਿਲੇਟਡ ਕੁਝ ਤੁਹਾਡੇ ਵਿਊਜ਼ ਕੀ ਨੇ, ਜਾਂ ਤੁਸੀਂ ਕੁਝ ਕਹਿਣਾ ਚਾਹੋਗੇ ਇਹਦੇ ਤੇ, ਜਾਂ ਇੱਕ ਕੰਸਰਨ ਹੈਗਾ ਤੁਹਾਨੂੰ ਲੱਗਦਾ ਕਿ ਬਹੁਤ ਜ਼ਿਆਦਾ ਹੋ ਰਹੀ ਹੈ? ਦੇਖੋ, ਕਨਵਰਜ਼ਨ ਤਾਂ ਜੇ ਦੇਖਿਆ ਜਾਵੇ ਤਾਂ ਬਹੁਤ ਜ਼ਿਆਦਾ ਹੋ ਰਹੀ ਹੈ, ਬਹੁਤ ਜ਼ਿਆਦਾ ਵੱਧ ਵੀ ਰਹੀ ਹੈ। ਪਰ ਇੱਕ ਚੀਜ਼ ਤਾਂ, ਕਿਉਂਕਿ ਸਾਡੇ ਕਨਵਰਸ਼ਨ ਨੂੰ ਰੋਕਣ ਦਾ ਤਾਂ ਸਾਡਾ ਕੋਈ ਕੰਮ ਹੈ ਨਹੀਂ। ਸਾਡਾ ਤਾਂ ਇਹ ਹੈ ਕਿ ਉਹਦੇ 'ਤੇ ਸਾਡਾ ਵਿਊ ਕੀ ਹੈ, ਇਹ ਹੈ ਕਿ ਜਦੋਂ ਬੰਦਾ ਧਰਮ ਪਰਿਵਰਤਨ ਕਰ ਲੈਂਦਾ ਤਾਂ ਨੈਚੁਰਲੀ ਉਸ ਧਰਮ 'ਚ ਚਲਾ ਗਿਆ ਜਿਸ ਧਰਮ ਦੇ ਵਿੱਚ ਕੋਈ ਜਾਤੀ ਪਾਤੀ ਨਹੀਂ ਹੈ। ਕਿਉਂਕਿ ਰਿਜ਼ਰਵੇਸ਼ਨ ਦਾ ਜਿਹੜਾ ਬੇਸ ਹੈ ਉਹ ਕਿਸੇ, ਮੰਨ ਲਓ ਕਿਸੇ ਜਾਤੀ ਦੇ ਨਾਲ ਨਹੀਂ ਹੈ। ਇਹ ਤੁਹਾਨੂੰ ਸੁਣ ਕੇ ਜਦੋਂ ਕਿਸੇ ਵੀ ਜਾਤੀ ਦੇ ਨਾਲ ਨਹੀਂ, ਕਿਸ ਏਰੀਏ ਦੇ ਵਿੱਚ ਕਿਸ ਕਮਿਊਨਿਟੀ ਨਾਲ ਕਿੰਨਾ ਅਤਿਆਚਾਰ, ਸ਼ੋਸ਼ਣ, ਛੂਆ-ਛਾਤ ਹੋਈ ਹੈ ਉਹਦੇ ਨਾਲ। ਹੁਣ ਤੁਸੀਂ ਦੇਖੋਗੇ ਕਿ ਮੈਨੂੰ ਤਾਂ ਜਦੋਂ ਮੈਂ ਮੰਤਰੀ ਬਣਿਆ ਇਸ ਮਹਿਕਮੇ ਦਾ, ਕਿ ਮੱਧ ਪ੍ਰਦੇਸ਼ 'ਚ ਇੱਕ 3 ਜ਼ਿਲ੍ਹੇ ਆ ਜਿਹ 'ਚ ਪ੍ਰਜਾਪਤੀ ਸਮਾਜ ਜਿਹੜਾ ਆ ਉਹ SC 'ਚ ਹੈ, ਔਰ ਬਾਕੀ ਰੈਸਟ ਆਫ ਮੱਧ ਪ੍ਰਦੇਸ਼ ਕਹਿ ਲਈਏ ਜਾਂ ਰੈਸਟ ਆਫ ਇੰਡੀਆ ਕਹਿ ਲਈਏ, ਉਹ ਪ੍ਰਜਾਪਤੀ ਸਮਾਜ ਜਿਹੜਾ ਆ ਉਹ BC 'ਚ ਹੈ। ਠੀਕ ਹੈ। ਹੁਣ ਜਿੱਦਾਂ ਇਹ ਧੋਬੀ ਸਮਾਜ ਹੈ, UP ਔਰ ਦਿੱਲੀ 'ਚ SC 'ਚ ਹੈ, ਪੰਜਾਬ 'ਚ OBC 'ਚ ਹੈ। ਇਹ ਅਲੱਗ-ਅਲੱਗ ਜਗ੍ਹਾ ਦੇ ਉੱਤੇ ਕਿਹਦੇ ਨਾਲ ਕਿੱਥੇ ਉਹ ਜ਼ਿਆਦਾ ਡਿਸਕ੍ਰਿਮੀਨੇਸ਼ਨ ਹੋਇਆ, ਅਤਿਆਚਾਰ, ਉਹਦਾ ਛੂਆ-ਛਾਤ ਉਹਨਾਂ ਹੋਇਆ, ਉਹਦੇ ਹਿਸਾਬ ਨਾਲ ਇੱਕ ਲਿਸਟਾਂ ਬਣਾਈਆਂ, ਜਿਹਨੂੰ ਉਹ ਲਿਸਟ 'ਚ ਆ ਗਿਆ ਉਹ SC। ਸੋ ਇਸ ਕਰਕੇ ਵੀ ਕਿਹੜੀ ਕਾਸਟ ਦਾ ਬੰਦਾ ਆ ਉਹਦੇ ਨਾਲ ਕੋਈ ਜ਼ਰੂਰੀ ਨਹੀਂ ਹੈ, ਪਰ ਕਿਸ ਕਾਸਟ ਨਾਲ ਕਿਹੜੀ ਜਗ੍ਹਾ ਦੇ ਉੱਤੇ ਡਿਸਕ੍ਰਿਮੀਨੇਸ਼ਨ ਹੋਇਆ। ਔਰ ਜਦੋਂ ਇਹ ਡਿਸਕ੍ਰਿਮੀਨੇਸ਼ਨ ਦੀ ਕਾਸਟ ਦੀ ਗੱਲ ਕਰਦੇ ਹਾਂ ਅਸੀਂ, ਤਾਂ ਫਿਰ ਉਹ ਜਿਹੜੇ ਕਿਹਦੇ ਨਾਲ ਛੂਆ-ਛਾਤ ਹੋਈ, ਇਹ ਛੂਆ-ਛਾਤ ਕਿੱਥੇ ਆ? ਇਹ ਦੇਖਿਆ ਗਿਆ ਕਿ ਸਿਰਫ ਤੇ ਸਿਰਫ ਹਿੰਦੂ ਧਰਮ 'ਚ ਪਾਇਆ ਜਾਂਦਾ, ਜਾਂ ਹਿੰਦੂ ਧਰਮ ਦੀ ਜਿਹੜੀਆਂ ਪਰਿਭਾਸ਼ਾ 'ਚ ਆਉਣ ਵਾਲੇ ਬਾਕੀ ਦੂਸਰੀਆਂ ਕਮਿਊਨਿਟੀਆਂ ਹੈ, ਚਾਹੇ ਉਹ ਸਿੱਖ ਹੈ, ਬੌਧ ਹੈ, ਉਹਦੇ 'ਚ ਜਿਹੜੇ ਇਹ ਪਾਏ ਜਾ, ਉਹਨਾਂ ਨਾਲ ਡਿਸਕ੍ਰਿਮੀਨੇਸ਼ਨ ਹੋਇਆ। ਪਰ ਹਿੰਦੂ ਧਰਮ ਤੋਂ ਬਾਹਰ ਕਿਸੇ ਧਰਮ ਦੇ ਵਿੱਚ ਐਸਾ ਕੋਈ ਵੀ ਜਿਹੜਾ ਜਾਤੀ ਪਾਤ ਨੂੰ ਮੰਨਦੇ ਹੀ ਨਹੀਂ। ਉਹ ਜਦੋਂ ਮੰਨਦੇ ਹੀ ਨਹੀਂ ਤੇ ਛੂਆ-ਛਾਤ ਨਹੀਂ ਹੋਈ, ਤੇ ਛੂਆ-ਛਾਤ ਨਹੀਂ ਹੋਈ ਤਾਂ ਰਿਜ਼ਰਵੇਸ਼ਨ ਦਾ ਹਿੱਸਾ ਨਹੀਂ ਹੈ। ਉਹ ST 'ਚ ਤਾਂ ਆ ਸਕਦੇ ਆ, ਉਹ ST 'ਚ ਆ ਸਕਦੇ ਆ, ਉਹ OBC 'ਚ ਵੀ ਆ ਸਕਦੇ ਆ। OBC ਤੋਂ ਇੱਕ ਅਲੱਗ ਤਰ੍ਹਾਂ ਦਾ ਜਿਹੜਾ ਕੋਈ ਬੰਦਾ ਪਿਛੜ ਗਿਆ, ਉਹਦਾ ਅਲੱਗ ਇਸ਼ੂ ਹੈ, ਉਹਦੀ ਅਲੱਗ ਪਰਿਭਾਸ਼ਾ ਹੈ, ਔਰ ਜਿਹੜੀ SC ਦੀ ਪਰਿਭਾਸ਼ਾ ਅਲੱਗ ਹੈ। ਔਰ ਜਿਹੜਾ ਧਰਮ ਪਰਿਵਰਤਨ ਕਰ ਲੈਂਦਾ, ਮਤਲਬ ਉਹ ਛੂਆ-ਛਾਤ ਤੋਂ ਪਰੇ ਚਲਾ ਗਿਆ, ਤਾਂ ਨੈਚੁਰਲੀ ਹੈ ਕਿ ਉਹ ਰਿਜ਼ਰਵੇਸ਼ਨ ਤੋਂ ਵਾਂਝਾ ਹੋਣਾ ਚਾਹੀਦਾ। ਇਹ ਹਾਲੇ ਤੱਕ ਜਿਹੜੀ ਸਾਡੀ ਆਪਣੀ ਉਹਦੇ 'ਚ ਕਮਿਸ਼ਨ ਦਾ ਮੁੱਦਾ ਨਹੀਂ, ਪਰ ਇਹ ਹੈ ਕਿ ਐਜ਼ ਪਾਰਟੀ ਲੀਡਰ ਮੈਂ ਇੱਕ ਹੋਰ ਦੱਸਾਂ, ਮੈਂ ਐਜ਼ ਏ ਪੋਲੀਟੀਕਲੀ ਨਹੀਂ, ਮੈਂ ਐਜ਼ ਏ ਕਮਿਸ਼ਨ ਦੇ ਚੇਅਰਮੈਨ ਦੀ ਗੱਲ ਕਰਾਂਗਾ।
मैं संविधानिक पद ते बैठा और जो उस मुद्दे के उत्ते है मैं ਉਹਦੀ ਗੱਲ ਤੁਹਾਡੇ ਕੋਲ ਐਸੇ ਕੰਪਲੇਂਟ ਨਹੀਂ ਆਉਂਦੀਆਂ ਕਿ ਬੰਦੇ ਕਨਵਰਟ ਹੋ ਗਏ ਜੀ ਜੋ ਬੈਨੀਫਿਟ ਨਹੀਂ ਕਨਵਰਟ ਨਹੀਂ ਆਉਂਦੇ ਸਾਡੇ ਕੋਲ ਜੇ ਕੋਈ ਕਈ ਆਂਦੀ ਕੁਐਰੀ ਆਂਦੀ ਹੈ ਕਿ ਸਾਡੇ ਕੋਲ ਬਹੁਤ ਸਾਰੀ ਜਗ੍ਹਾ ਤੇ ਆਉਂਦੇ ਕੁਐਸਚਨ ਪਾਰਲੀਮੈਂਟ 'ਚ ਕੁਐਸਚਨ ਆਉਂਦੇ ਉਹਦਾ ਜਵਾਬ ਦੇਣ ਦੇ ਲਈ ਸਾਡੇ ਕੋਲ ਵੀ ਉਹਦੇ ਕਮੈਂਟ ਮੰਗੇ ਜਾਂਦੇ ਅਸੀਂ ਤਾਂ ਇਹੀ ਕਿਹਾ ਵੀ ਜਿਹੜੇ ਕਨਵਰਜ਼ਨ ਹੋ ਗਏ ਆ ਜਿਨ੍ਹਾਂ ਨੇ ਧਰਮ ਛੱਡਤਾ ਹੈ ਤਾਂ ਭਾਵ ਉਹ ਇਸ ਬੁਰਾਈ ਨੂੰ ਮੰਨਦੇ ਹੋਏ ਉਹਨਾਂ ਨੇ ਛੱਡਤਾ ਉਹ ਦੂਸਰੀ ਜਗ੍ਹਾ ਉੱਥੇ ਗਏ ਜਿੱਥੇ ਕਾਸਟਿਜ਼ਮ ਸਾਡੀ ਛੂਆਛਾਤ ਨਹੀਂ ਹੈ ਤਾਂ ਮਤਲਬ ਖਤਮ ਹੋ ਗਿਆ ਤੇ ਇਸ ਕਰਕੇ ਉਹਦੇ ਚੋਂ ਅਲੱਗ ਹੋ ਗਿਆ ਜਦੋਂ ਕਨਵਰਜ਼ਨ ਹੋਏਗਾ ਤਾਂ ਉਹਦੀ ਪਰਿਭਾਸ਼ਾ ਦੇ ਨਾਲ ਵੀ ਉਹ ਚੇਂਜ ਹੋਏਗਾ ਕਾਬਲ ਸਾਹਿਬ ਇੰਨਾ ਸਮਾਂ ਹੋ ਗਿਆ ਮੋਰ ਦੈਨ 75 ਇਅਰਸ ਹੈ ਨਾ ਆਜ਼ਾਦੀ ਨੂੰ ਹੁਣੇ ਵੀ ਤੁਹਾਨੂੰ ਲੱਗ ਰਿਹਾ ਹੈ ਜੇ ਤੁਹਾਡੇ ਕੋਲ ਨੇਚਰ ਆਫ ਕੇਸਿਸ ਪੰਜਾਬ ਦੀ ਗੱਲ ਕਰੀਏ ਛੂਆਛੂਤ ਦੇ ਕਿਸ ਤਰੀਕੇ ਦੇ ਨਾਲ ਤੁਸੀਂ ਮੇਰਾ ਸਵਾਲ ਬਹੁਤ ਵਧੀਆ ਕਰਤਾ ਕਿ 70 ਸਾਲ ਤਾਂ ਹੋ ਗਏ ਕਿ ਵੀ ਹਾਲੇ ਵੀ ਉਦਾਂ ਹੀ ਕੀ ਹੈ ਹੁਣ ਤੇ ਜੇ ਪੰਜਾਬ ਸਰਕਾਰ ਆਪਣਾ ਹੀ ਐਕਟ ਬਣਾਊਗੀ ਆਪਣਾ ਹੀ ਸਰਕਲ ਕੱਢੂਗੀ ਆਪਣਾ ਹੀ ਕੋਰਟ 'ਚ ਚੱਲ ਜਾਊਗੀ ਤਾਂ ਤੁਸੀਂ ਲੱਗਦੇ ਆ ਕਿ ਉਹਨਾਂ ਨੂੰ ਇਨਸਾਫ ਮਿਲ ਜੂਗਾ ਹੈਂ ਇੱਕ ਵੱਡਾ ਬਹੁਤ ਵੱਡਾ ਇਸ਼ੂ ਹੈ ਇਹ 70 ਸਾਲ ਕੀ ਹੈ ਤਾਂ 200 ਸਾਲ ਹੋ ਜਾਣ ਤਾਂ ਵੀ ਇੱਦਾਂ ਹੀ ਰਹੂਗਾ ਜੇ ਨੀਅਤ ਇਸ ਨਾਲ ਕੰਮ ਹੋਊਗਾ ਇਸ ਕਰਕੇ ਪਹਿਲਾਂ ਉਸ ਨੂੰ ਜਿਹੜੀ ਕਰਨ ਦੀ ਜਿਸ ਦਾ ਉਹਦਾ ਮੰਤਵ ਉਹਨੂੰ ਪਹਿਲਾਂ ਪੂਰਤੀ ਕਰੇ ਹਾਂ ਅਸੀਂ ਅਖਬਾਰਾਂ 'ਚ ਜਾਣ ਲਈ ਚਿੱਠੀਆਂ ਕੱਢਣ ਦੇ ਲਈ ਦਿਖਾਲਣ ਦੇ ਲਈ ਤਾਂ ਸਰਕਾਰ ਨੇ ਆਹ ਕਰਤਾ ਸਰਕਾਰ ਨੇ ਆਹ ਕਰਤਾ ਹਕੀਕਤ 'ਚ ਤੁਹਾਨੂੰ ਦੱਸਦਾ ਵੀ ਅਸੀਂ ਕੋਰਟ 'ਚ ਚਲੇ ਗਏ ਸੋ ਇਹ ਚੀਜ਼ਾਂ ਨੂੰ ਪਹਿਲਾਂ ਉਸ ਮਾਨਸਿਕਤਾ ਨੂੰ ਤਬਦੀਲ ਜ਼ਰੂਰ ਕਰਨੀ ਸਾਬਲਾ ਜੀ ਕਮਿਸ਼ਨ ਦੇ ਕੋਲ ਪਾਵਰ ਬਹੁਤ ਹੈ ਜਿਹੜਾ ਸਕਾਲਰਸ਼ਿਪ ਦਾ ਮਸਲਾ ਹੈ ਦੂਜਾ ਜਿਹੜਾ ਰਿਜ਼ਰਵੇਸ਼ਨ ਦਾ ਮਸਲਾ ਹੈ ਤੁਸੀਂ ਉਹਦੇ ਉੱਤੇ ਕਾਰਵਾਈ ਕੀ ਕਰਨ ਜਾ ਰਹੇ ਹੋ ਕਿਉਂਕਿ ਤੁਹਾਨੂੰ ਕਈ ਵਾਰ ਸਰਕਾਰਾਂ ਨੂੰ ਤੁਸੀਂ ਪੁੱਛਦੇ ਹੋ ਲੈਟਰਸ ਮੀਟਿੰਗਸ ਦਾ ਦੌਰ ਚੱਲਦਾ ਪਰ ਉਹਦਾ ਸਿੱਧਾ ਕੁਝ ਨਿਕਲਦਾ ਨਹੀਂ ਤੁਹਾਨੂੰ ਇੱਕ ਸਵਾਲ ਮੇਰਾ ਇਹਦੇ ਨਾਲ ਇਸ ਤਰ੍ਹਾਂ ਹੈ ਕਿ ਵੀ ਇਹਦਾ ਜਿਹੜਾ ਪਾਵਰਸ ਨੂੰ ਲੈ ਕੇ ਦੇਖਿਏ ਪਾਵਰਸ ਦੇ ਇਦਾਂ ਹੈ ਕਿ ਕਮਿਸ਼ਨ ਤੇ ਜਿਹੜੀ ਪਾਵਰ ਆ ਅਸੀਂ ਕੋਈ ਕਿਸੇ ਨੂੰ ਸਜ਼ਾ ਦੇਣਾ ਜਾਂ ਉਹ ਕੰਮ ਦੇਣਾ ਸਾਡਾ ਕੰਮ ਨਹੀਂ ਹੁੰਦਾ ਸਾਡਾ ਇਹ ਹੈ ਕਿ ਵੀ ਇਹ ਫਲਾਨੀ ਜਗ੍ਹਾ ਦੇ ਉੱਤੇ ਇਹ ਗਲਤ ਹੈ ਇਹਨੂੰ ਠੀਕ ਕੀਤਾ ਜਾਵੇ ਔਰ ਉਹਨਾਂ ਨੂੰ ਵਾਰਨਿੰਗ ਕੀਤੀ ਜਾਵੇ ਉਹ ਦੱਸਿਆ ਜਾਂਦਾ ਅਗਰ ਨਹੀਂ ਹੁੰਦਾ ਤਾਂ ਸਾਡਾ ਅਸੀਂ ਕਿਉਂਕਿ ਫੈਡਰਲ ਸਿਸਟਮ ਦੇ ਵਿੱਚ ਜਿਹੜੇ ਸਾਡੇ ਸੈਂਟਰ ਗਵਰਨਮੈਂਟ ਦੇ ਅਧਿਕਾਰੀ ਆ ਉਹਨਾਂ ਨੂੰ ਬੁਲਾ ਕੇ ਗੱਲ ਕੀਤੀ ਜਾਂਦੀ ਔਰ ਇਹ ਰਾਸ਼ਟਰਪਤੀ ਨੂੰ ਆਪਣੀ ਰਿਪੋਰਟ ਸਬਮਿਟ ਕੀਤੀ ਜਾਂਦੀ ਹੈ ਔਰ ਰਾਸ਼ਟਰਪਤੀ ਉਹ ਆਪਣੀ ਰਿਪੋਰਟ ਜਿਹੜੀ ਆ ਉਹਨੂੰ ਆਪਣੀ ਕਮੈਂਟਸ ਦੇ ਕੇ ਪਾਰਲੀਮੈਂਟ 'ਚ ਭੇਜਦਾ ਹੈ ਔਰ ਪਾਰਲੀਮੈਂਟ ਦੇ ਵਿੱਚ ਉਹਦੇ 'ਤੇ ਐਕਸ਼ਨ ਲੈਣ ਲਈ ਉਹਨਾਂ ਕੋਲ ਅਧਿਕਾਰ ਜਿਹੜਾ ਉਹ ਰਹਿੰਦਾ ਹੈ ਬਾਕੀ ਅਸੀਂ ਰਿਕਮੈਂਡੇਸ਼ਨ ਛੋਟੇ ਮੋਟੇ ਕੇਸਾਂ 'ਚ ਤਾਂ ਰਿਕਮੈਂਡੇਸ਼ਨ ਕਰਦੇ ਰਹਿੰਦੇ ਹਾਂ ਤਾਂ ਜਿੱਦਾਂ ਦੇ ਇੱਦਾਂ ਦੇ ਕੇਸ ਹੁੰਦੇ ਉਹਨਾਂ 'ਤੇ ਅਸੀਂ ਸਿੱਧੀ ਡਾਇਰੈਕਟ ਜਿਹੜਾ ਰਾਸ਼ਟਰਪਤੀ ਨੂੰ ਰਿਪੋਰਟ ਕਰਦੇ ਹਾਂ ਔਰ ਕਿਤੇ ਵੀ ਜੇ ਕਿਸੇ ਸਟੇਟ ਦੇ ਵਿੱਚ ਇਮੀਡੀਏਟਲੀ ਵੀ ਕੋਈ ਐਕਸ਼ਨ ਲੈਣਾ ਹੋਵੇ ਤਾਂ ਅਸੀਂ ਉਹਦੇ ਲਈ ਗਵਰਨਰ ਨੂੰ ਵੀ ਕਹਿੰਦੇ ਹਾਂ ਕਿ ਵੀ ਇਹ ਐਂਟੀ ਜਿਹੜੀ ਆ ਰਿਜ਼ਰਵੇਸ਼ਨ ਜਿਹੜੀ ਪਾਲਿਸੀ ਤੁਹਾਡੀ ਸਰਕਾਰ ਗਵਰਨਰ ਦੀ ਸਰਕਾਰ ਕਹੀ ਜਾਂਦੀ ਆ ਕਿ ਗਵਰਨਰ ਨੂੰ ਕਿਹਾ ਜਾਂਦਾ ਕਿ ਤੁਹਾਡੀ ਸਰਕਾਰ 'ਚ ਗਲਤ ਨੀਤੀਆਂ ਹੁੰਦੀਆਂ ਇਹਨਾਂ ਦੇ ਉੱਤੇ ਇਹ ਸਾਡੀਆਂ ਰਿਕਮੈਂਡੇਸ਼ਨ ਪੰਜਾਬ ਦੇ ਗਵਰਨਰ ਨੂੰ ਲਿਖਿਆ ਜੀ ਹਾਲੇ ਨਹੀਂ ਹਾਲੇ ਤਾਂ ਪਹਿਲੇ ਤਾਂ ਉਹਨਾਂ ਤੋਂ ਜਵਾਬ ਪੁੱਛੇ ਸਾਨੂੰ ਤਾਂ ਹੁਣ ਤਾਂ ਕੋਰਟ 'ਚ ਚਲੇ ਗਏ ਨਾ ਸਬਜੈਕਟ ਟੂ ਕੋਰਟ ਹੋ ਗਿਆ ਜੁਡੀਸ਼ੀਅਲ ਮੈਟਰ ਹੋ ਗਿਆ ਠੀਕ ਹੈ ਹਾਲੇ ਤਾਂ ਅਸੀਂ ਤੁਹਾਡੇ ਮਾਧਿਅਮ ਨੇ ਤੁਸੀਂ ਪੁੱਛ ਕੇ ਦੱਸ ਦਿਓ ਵੀ ਤੁਸੀਂ ਗਏ ਕਿਹਦੇ ਖਿਲਾਫ 'ਚ ਹੈਂ ਪੰਜਾਬ ਸਰਕਾਰ ਜਿਹੜੀ ਆ ਉਹ ਕਿਹਦੇ ਖਿਲਾਫ ਗਈ ਹੈ ਪੰਜਾਬ ਸਰਕਾਰ ਆਪਣੇ ਖਿਲਾਫ ਚਲੀ ਗਈ ਤੇ ਜੇ ਆਪਣੇ ਪੈਰਾਂ 'ਚ ਕੁਹਾੜੀ ਮਾਰਨ ਵਾਲੀ ਗੱਲ ਹੈ ਤਾਂ ਅਦਰਵਾਈਜ਼ ਤਾਂ ਜੇ ਤੁਸੀਂ ਉਹਦੇ 'ਚ ਕੋਈ ਗੱਲ ਤੁਹਾਨੂੰ ਠੀਕ ਨਹੀਂ ਲੱਗੀ ਤੁਸੀਂ ਹੁਣ ਤੁਹਾਡੇ ਕੋਲ ਐਡਾ ਵੱਡਾ ਮੈਂਡੇਟ ਹੈ ਤਾਂ ਲਿਆਓ ਨਾ ਤੁਸੀਂ ਵਿਧਾਨ ਸਭਾ 'ਚ ਤਾਂ ਵਿਧਾਨ ਸਭਾ 'ਚ ਲਿਆ ਕੇ ਤੁਸੀਂ ਉਹਦੇ 'ਤੇ ਕਰ ਦਿਓ ਅਮੈਂਡਮੈਂਟ ਕਰਨੀ ਹੈ ਪਰ ਤੁਹਾਨੂੰ ਪਤਾ ਹੈ ਕਿ ਵਿਧਾਨ ਸਭਾ ਜਾਵਾਂਗੇ ਤਾਂ ਪੂਰੀਆਂ ਜਿਹੜੀਆਂ ਰਾਜਸੀ ਪਾਰਟੀਆਂ ਰੌਲਾ ਪਾਉਣਗੇ ਔਰ ਉਹਨਾਂ ਚੱਕ ਕੇ ਕੋਰਟ 'ਚ ਚਲੇ ਗਏ ਜਦ ਕਿ ਇਹ ਗਲਤ ਤਰੀਕਾ ਹੈ ਇਹ ਫੈਡਰਲ ਸਿਸਟਮ ਨੂੰ ਵੀ ਤੋੜ ਰਿਹਾ ਔਰ ਸਾਡੀ ਰਿਜ਼ਰਵੇਸ਼ਨ ਪਾਲਿਸੀ ਨੂੰ ਉਹਦੇ 'ਤੇ ਅਗੇਂਸਟ ਵੀ ਹੈ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ
ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇਹਨਾਂ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼, ਅਜੀਤ।